ਹਾਲੇ ਤੱਕ ਉਹਨੂੰ ਢੱਕ ਦਿੱਤਾ ਗਿਆ ਹੋਇਆ ਪ੍ਰੋਪਰ ਲੋਕੇਸ਼ਨ ਨੂੰ, ਤੇ ਬਾਕੀ ASI ਦੀ ਟੀਮ ਅੱਜ ਵਿਜ਼ਿਟ ਕਰਦੀ ਹੋਈ ਹੈ, ਤੇ ਬਾਕੀ ਆਉਣ ਦੇ ਦਿਨਾਂ 'ਚ ਪਤਾ ਲੱਗੇਗਾ ਕਿ ਉਹਨਾਂ ਦਾ ਸਟਰਕਚਰ ਦਾ ਕੀ ਬਣੇਗਾ। ਵੈਸੇ ਹੈਗੇ ਇਤਿਹਾਸਿਕ ਹੈ, ਇਹ ਕਨਫਰਮਡ ਹੈ। ਅੱਛਾ ਮਾਈਕਲ, ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਾਰੇ ਤੁਹਾਡੇ ਫੇਸਬੁੱਕ ਦੇ ਜਿਹੜੇ ਜਿੰਨੇ ਵੀ ਲੇਖ ਨੇ, ਤੁਸੀਂ ਇਹ ਮਹਾਨ ਸ਼ਹਿਰ ਜਿਹੜਾ ਦੁਨੀਆ ਦੇ ਵਿੱਚ ਸਿੱਖ ਪੰਜਾਬੀ ਕਿਤੇ ਨਹੀਂ ਵਸਾ ਸਕਦੇ, ਪੈਸੇ ਅਸੀਂ ਕਮਾ ਸਕਦੇ ਹਾਂ, ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਰਹਿਣੇ ਨੇ। ਅੱਛਾ, ਉੱਥੇ ਪਾਤਸ਼ਾਹ ਨੇ ਆਪ ਜ਼ਮੀਨ ਲੈ ਕੇ ਜਿਹੜਾ ਪੁਰਾਣਾ ਅੰਮ੍ਰਿਤਸਰ ਸ਼ਹਿਰ ਹੈ ਉਹ ਖੁਦ ਵਸਾਇਆ, ਉਸ ਦੀ ਪਲੈਨਿੰਗ ਉਸ ਦੇ ਸਮੇਂ, ਅਤੇ ਉਹ ਕਿੰਨਾ ਕੁ ਵਧੀਆ ਸ਼ਹਿਰ ਉਸ ਸਮੇਂ ਬਣਾਇਆ, ਅਤੇ ਉਸ ਨੂੰ ਤੁਸੀਂ ਇੱਕ ਮੇਜਰ ਬਿਜ਼ਨਸ ਹੱਬ ਦੇ ਤੌਰ 'ਤੇ ਜਿਹੜਾ ਸਦਾ ਆਪਣੇ ਫੇਸਬੁੱਕ ਜਿੰਨੇ ਵੀ ਤੁਹਾਡੇ ਲੇਖ ਹੁੰਦੇ ਨੇ ਉਹਨਾਂ 'ਚ ਲਿਖਦੇ ਰਹੇ ਹੋ। ਸ਼੍ਰੀ ਅੰਮ੍ਰਿਤਸਰ ਸਾਹਿਬ, ਅਸੀਂ ਤਾਂ ਆਮ ਬਾਹਰਲੇ ਲੋਕ ਜਾਂਦੇ ਨੇ ਮੱਥਾ ਟੇਕ ਕੇ ਦਰਬਾਰ ਸਾਹਿਬ ਵਾਪਸ ਆ ਜਾਂਦੇ ਨੇ, ਅਤੇ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੁਹਾਡਾ ਜਨਮ ਹੋਇਆ, ਵੱਡੇ ਭਾਗ ਨੇ। ਤੁਸੀਂ ਹੋਰ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ? ਸਰ, ਸਭ ਤੋਂ ਵੱਡੀ ਗੱਲ ਤੇ ਜਿਹੜੀ ਅੰਮ੍ਰਿਤਸਰ ਸਾਹਿਬ ਹੈ, ਇਹਨੂੰ ਵਸਾਇਆ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਹੈ, ਲੇਕਿਨ ਇਸ ਸ਼ਹਿਰ ਦੀ ਜਿਹੜੀ ਕਲਪਨਾ ਹੈ ਜਾਂ ਸੋਚ ਹੈ, ਇਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਸ਼ਾਇਦ ਹੋ ਚੁੱਕੀ ਸੀ, ਕਿਉਂਕਿ ਬਾਣੀ ਵਿੱਚ ਜਿਹੜੇ ਸ਼ਬਦ ਹੁੰਦੇ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ, ਅੰਮ੍ਰਿਤਸਰ ਸਿੱਖੀ ਦਾ ਘਰ, ਇਹ ਜਿਹੜੇ ਸ਼ਬਦ ਨੇ ਇਹ ਤੀਜੇ ਪਾਤਸ਼ਾਹ ਦੇ ਨੇ, ਤੇ ਮਤਲਬ ਇਹ ਜਿਹੜੀ ਅੰਮ੍ਰਿਤਸਰ ਸ਼ਹਿਰ ਹੈ ਉਹਨਾਂ ਨੇ ਚੱਕ ਗੁਰੂ ਰਾਮਦਾਸ ਵਸਾਇਆ ਸੀ, ਗੁਰੂ ਰਾਮਦਾਸ ਜੀ ਨੇ, ਫਿਰ ਰਾਮਦਾਸ ਗੁਰੂ ਹੋਇਆ। ਮਤਲਬ ਅੰਮ੍ਰਿਤਸਰ ਦੀ ਕਲਪਨਾ ਜਿਹੜੀ ਸੀ ਇਹ ਬਹੁਤ ਪਹਿਲੇ ਤੋਂ ਹੀ ਹੋ ਚੁੱਕੀ ਸੀਗੀ ਜੀ। ਸੋ ਅਸੀਂ ਲੋਕ ਮਤਲਬ ਸਮਝ ਸਕਦੇ ਕਿ ਇਹ ਸ਼ਹਿਰ ਦੀ ਕਿੰਨੀ ਮਹਾਨਤਾ ਹੋਏਗੀ। ਨਾਲ ਦੁਨੀਆ ਦੇ 160 ਦੇਸ਼ਾਂ ਵਿੱਚ ਸਿੱਖਾਂ ਦੀ ਵਸੋਂ ਆ, ਠੀਕ ਹੈ। ਪੰਜਾਬ ਦੇ ਹਰ ਕਸਬਿਆਂ ਵਿੱਚ, ਦੁਨੀਆ ਦੇ ਵਿੱਚ ਹਰ ਗੁਰੂ ਘਰ ਦੀ ਅਰਦਾਸ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣ, ਇਹ ਆਉਂਦਾ। ਤੇ ਇਹ ਸਮਝ ਸਕਦੇ ਆਪਾਂ ਕਿ ਇਸ ਧਰਤੀ ਦੀ ਕਿੰਨੀ ਅਹਿਮੀਅਤ ਹੋਏਗੀ ਪੂਰੇ ਸਿੱਖ ਜਗਤ ਲਈ, ਪੂਰੇ ਪੰਜਾਬ ਲਈ, ਪੰਜਾਬੀ ਸੰਸਾਰ ਲਈ। ਅੱਛਾ, ਜਿਹੜਾ ਕੁਛ ਅਸੀਂ ਨਹੀਂ ਵੇਖਿਆ, ਹੋਰ ਜਿਹੜਾ ਕੁਛ ਤੁਸੀਂ ਢੂੰਡਿਆ, ਹਲੇ ਤੁਸੀਂ ਛੋਟੇ ਹੋ, ਬਹੁਤ ਸ਼ੌਕ ਹੈ ਤੁਹਾਡਾ, ਤੁਸੀਂ ਕੀ ਹੋਰ ਦੱਸਣਾ ਚਾਹੁੰਦੇ ਹੋ ਜਿਹੜਾ ਅਸੀਂ ਨਹੀਂ ਜਾਣਦੇ ਇਸ ਸ਼ਹਿਰ ਦੇ ਬਾਰੇ? ਸਰ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਅੰਮ੍ਰਿਤਸਰ ਹੈ, ਅੰਮ੍ਰਿਤਸਰ ਤੋਂ ਸ਼ੁਰੂ ਤੋਂ ਹੀ ਇੱਕ ਸਿੱਖੀ ਦਾ ਹੀ ਕੇਂਦਰ ਆ, ਸਿੱਖੀ ਦਾ ਪਹਿਲਾ ਮਾਡਲ ਸ਼ਹਿਰ ਅੰਮ੍ਰਿਤਸਰ ਹੀ ਹੈਗਾ ਸੀ, ਔਰ ਇਹ ਕਦੀ ਮੁਗਲਾਂ ਦੀ ਅਧੀਨਗੀ ਅੰਦਰ ਨਹੀਂ ਰਿਹਾ, ਠੀਕ ਹੈ। ਔਰ ਜਿਹੜਾ ਇਹਦੇ ਵਿੱਚ ਆਪਣਾ ਸ਼ਹਿਰ ਹੈ ਅੰਮ੍ਰਿਤਸਰ, ਇਹਦੇ ਅੰਦਰ ਇੱਕ ਸਿੱਖ ਮਿਸਲਾਂ ਦੇ ਦੌਰ ਤੋਂ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਇੱਕ ਸਿੱਖ ਮਿਸਲਾਂ ਦਾ ਦੌਰ ਹੈ, ਉਹਦੇ ਅੰਦਰ ਇੱਕ ਸੁਰੰਗਾਂ ਦਾ ਜਿਹੜਾ ਨੈਟਵਰਕ ਸ਼ਹਿਰ ਦੇ ਵਿੱਚ ਵਿਕਸਿਤ ਹੋਇਆ, ਉਹ ਆਪਣੇ ਆਪ ਵਿੱਚ ਬਹੁਤ ਅਹਿਮ ਹੈ, ਕਿਉਂਕਿ ਜਿਹੜੀਆਂ ਸੁਰੰਗਾਂ ਨੇ ਇਹ ਸ਼ਹਿਰ ਦੇ ਵਿੱਚ ਬਹੁਤ ਥਾਵਾਂ ਤੇ ਘੁੰਮਦੀਆਂ ਨੇ, ਤੇ ਇਹੋ ਜਿਹਾ ਨੈਟਵਰਕ ਮੇਰੇ ਖਿਆਲ ਨਾਲ ਦੁਨੀਆ ਦੇ ਗਿਣੇ ਚੁਣੇ ਸ਼ਹਿਰਾਂ ਵਿੱਚ ਹੀ ਹੋ ਸਕਦਾ ਹੈ, ਜਿਹੜਾ ਕਿ ਜਿਹੜੀਆਂ ਸੁਰੰਗਾਂ ਸੀਗੀਆਂ ਕਨੈਕਟ ਕਰਦੀਆਂ ਸੀਗੀਆਂ ਸਾਰੇ ਸ਼ਹਿਰ ਨੂੰ। ਮਤਲਬ ਇਹਦੇ ਵਿੱਚ ਬੁੰਗੇ ਸੀਗੇ, ਕੁਝ ਕਟਰੇ ਸੀਗੇ, ਕੁਝ ਕਿਲੇ ਸੀਗੇ, ਜਿੱਦਾਂ ਕਿਲਾ ਆਲੂਵਾਲੀਆ, ਕਿਲਾ ਗੋਬਿੰਦਗੜ੍ਹ ਹੈ, ਕਿਲਾ ਲੋਹਗੜ੍ਹ ਹੈ, ਤੇ ਇਸ ਤਰੀਕੇ ਨਾਲ ਹੋਰ ਵੀ ਕਟਰੇ ਲਾਈਕ ਜਿੰਨਾ ਆਪਾਂ ਰੈਜ਼ੀਡੈਂਸ਼ੀਅਲ ਕੰਪਲੈਕਸ ਕਹਿੰਦੇ, ਟੈਕਸ ਸਿਸਟਮ ਹੁੰਦਾ ਸੀ ਉਸ ਵੇਲੇ। ਕਿਸੇ ਨੇ ਇੱਕ ਥਾਂ ਤੋਂ ਸਿਸਟਮ ਜਾਣਾ ਤੇ ਉਹਨੂੰ ਕਟਰਿਆਂ 'ਚ ਜਾਣਾ ਪੈਂਦਾ ਸੀ। ਅੱਛਾ, ਕਟੜਾ ਜੈਮਲ ਸਿੰਘ, ਕਟੜਾ ਫਲਾਣਾ ਸਿੰਘ, ਅੱਛਾ ਇਹ ਉਹ ਨਾਂ ਨੇ ਇਹ, ਠੀਕ। ਐਗਜ਼ੈਕਟਲੀ। ਕਟਰਾ ਜਿਹੜਾ ਵਰਡ ਸੀਗਾ, ਇਹਨੂੰ ਆਪਾਂ ਪ੍ਰੋਪਰ ਇੱਕ ਰੈਜ਼ੀਡੈਂਸ਼ੀਅਲ ਕੰਪਲੈਕਸ ਕਹਿੰਦੇ ਆ, ਕਿਤੇ ਇੱਕ ਦੂਜੇ ਤੋਂ ਦੂਜੇ ਇਲਾਕੇ 'ਚ ਤੁਸੀਂ ਜਾਣਾ ਹੈ ਤੇ ਤੁਹਾਨੂੰ ਉੱਥੇ ਟੈਕਸ ਦੇਣਾ ਪੈਂਦਾ ਸੀਗਾ ਉਸ ਵੇਲੇ। ਮਤਲਬ ਉੱਥੇ ਸਿੱਖਾਂ ਦੀ ਵਸੋਂ ਹੀ ਸੀਗੀ, ਬਟ ਉਹਨਾਂ ਨੇ ਆਪਣੇ ਆਪ ਨੂੰ ਇੱਕ ਸੁਰੱਖਿਅਕ ਢਾਂਚਾ ਬਣਾਇਆ ਸੀ ਇਸ ਸ਼ਹਿਰ ਦੇ ਵਿੱਚ। ਬਟ ਸਭ ਦਾ ਕੇਂਦਰ ਜਿਹੜਾ ਸੀਗਾ ਉਹ ਸਰ ਦਰਬਾਰ ਸਾਹਿਬ ਹੀ ਸੀਗਾ, ਜਿਹੜੀਆਂ ਈਵਨ ਸੁਰੰਗਾਂ ਨਿਕਲਦੀਆਂ ਜਾਂ ਸੀਗਾ, ਇਹ ਸਾਰਾ ਦਾ ਇੰਟਰਨਲ ਜਿਹੜਾ ਇੱਕ ਸਿਸਟਮ ਆ ਉਹ ਦਰਬਾਰ ਸਾਹਿਬ ਦੇ ਨੇੜੇ ਹੀ ਹੈ। ਚਾਹੇ ਕਿਲਾ ਗੋਬਿੰਦਗੜ੍ਹ ਲੈ ਲਓ, ਕਿਲਾ ਆਲੂਵਾਲੀਆ ਲੈ ਲਓ, ਮਤਲਬ ਇਹ ਸਾਰਾ ਇਲਾਕਾ ਜਿਹੜਾ ਹੈਗਾ ਆਪਣੇ ਆਪ 'ਚ ਬਹੁਤ ਅਹਿਮੀਅਤ ਰੱਖਦਾ ਹੈ, ਤੇ ਬੜੀ ਰਿਸਰਚ ਦੀ ਲੋੜ ਹੈ ਇਸ ਸ਼ਹਿਰ ਦੇ ਉੱਤੇ। ਸੁਰੰਗਾਂ ਮਿਲਦੀਆਂ ਰਹੀਆਂ, ਸਾਡੇ ਇੱਥੇ ਨਾਕਾਮੀਅਤ ਹੈ ਕਿ ਉਹਨਾਂ ਨੂੰ ਦਫਨਾ ਦਿੱਤਾ ਗਿਆ, ਸੁਰੰਗਾਂ ਤੇ ਮਿੱਟੀ ਪਾਉ ਦਿੱਤੀ ਗਈ। ਕੁਝ ਸੁਰੰਗਾਂ ਅਜਿਹੀਆਂ ਸੀਗੀਆਂ ਜਿਨ੍ਹਾਂ ਦੇ ਅੰਦਰ ਬਹੁਤ ਸੋਹਣੀ ਇੱਕ ਆਰਟ ਵਰਕ ਹੋਇਆ ਸੀਗਾ, ਮਤਲਬ 6-7 ਫੁੱਟ ਮਤਲਬ ਚੌੜੀਆਂ ਸੁਰੰਗਾਂ ਸੀਗੀਆਂ ਕਿ ਮਹਾਰਾਜਾ ਆਪਣੇ ਘੋੜੇ ਸਮੇਤ ਆ ਕੇ ਆ ਸਕਦੇ ਸੀ। ਅੱਛਾ, ਹੁਣ ਫਿਰ ਉਹਨਾਂ ਦੇ ਵਿੱਚੋਂ ਕੁਝ ਬਚਦੀਆਂ ਨੇ ਮਾਈਕਲ, ਜਾਂ ਸਾਰੀਆਂ ਪੂਰ ਦਿੱਤੀਆਂ? ਨਹੀਂ ਸਰ, ਪੂਰੀਆਂ ਤੇ ਨਹੀਂ ਆ, ਬਟ ਹੁਣ ਜਿਹੜੀਆਂ ਸੁਰੰਗਾਂ ਹੈਗੀਆਂ ਉਹਦੇ ਉੱਤੇ ਸ਼ਹਿਰ ਇੱਕ ਇਹੋ ਜਿਹਾ ਖੜਾ ਹੋ ਗਿਆ ਕਿ ਅਗਰ ਉਹ ਸੁਰੰਗਾਂ ਨੂੰ ਦੇ ਬਾਰੇ ਪ੍ਰੋਪਰ ਪੁੱਟਣ ਤੇ ਆਏ ਤੇ ਇੱਕ ਪੁਰਾਣਾ ਸ਼ਹਿਰ ਆ ਜਿਹੜਾ ਉਹ ਢਹਿ ਸਕਦਾ। ਬਟ ਹਾਂ, ਜਿਹੜੀਆਂ ਸੁਰੰਗਾਂ ਹੈਗੀਆਂ ਇਹਦਾ ਨੈਟਵਰਕ ਜਿਹੜਾ ਹੈਗਾ ਹਾਲੇ ਵੀ ਕਈ ਥਾਵਾਂ ਤੇ ਹੈਗਾ,
ਜਿਹਦੇ ਤੇ ਰਿਸਰਚ ਕਰਨ ਦੀ ਲੋੜ ਹੈ। ਜਿਹੜਾ ਸਾਨੂੰ ਕੁਐਸਚਨ ਮਿਲਦਾ ਹੈਗਾ ਉਹਦੇ ਤੇ ਡੈਫੀਨੇਟਲੀ ਉਹਨੂੰ ਪ੍ਰੀਜ਼ਰਵ ਕਰਨਾ ਚਾਹੀਦਾ ਹੈ, ਜਾਂ ਦੁਨੀਆ ਨੂੰ ਦੱਸਣਾ ਚਾਹੀਦਾ ਹੈ ਕਿ ਸਾਡਾ ਸਿੱਖ ਹੈਰੀਟੇਜ ਆ। ਖਾਸ ਤੌਰ ਤੇ ਕੁਝ ਐਵੀਡੈਂਸਿਸ ਮਿਲਦੇ ਨੇ, ਕੋਚਰ ਜੀ ਵੀ ਜਿਵੇਂ ਦੱਸਦੇ ਆ ਕਿ ਕਿਲ੍ਹਾ ਗੋਬਿੰਦਗੜ੍ਹ ਵਿੱਚ ਅੱਜ ਵੀ ਸੁਰੰਗਾਂ ਹੈਗੀਆਂ ਜਿਹੜੀਆਂ ਕਿ ਲੋਹਗੜ੍ਹ ਤੇ ਕੁਝ ਹਿੱਸਿਆਂ ਨੂੰ ਜੋੜਦੀਆਂ ਨੇ, ਤੇ ਉੱਥੇ ਸ਼ਹਿਰੀ ਆਬਾਦੀ ਨਹੀਂ ਹੈਗੀ, ਮਤਲਬ ਜਾਂ ਉਹ ਪ੍ਰੋਪਰ ਹੈ। ਸੋ ਇਹੋ ਜਿਹੀ ਥਾਵਾਂ ਹੈਗੀਆਂ ਜਿਨ੍ਹਾਂ ਬਾਰੇ ਅਗਰ ਤੇ ਰਿਸਰਚ ਕਰ ਦਿੱਤੀ ਜਾਵੇ ਜਾਂ ਉਹ ਸੁਰੰਗਾਂ ਨੂੰ ਦੁਨੀਆ ਸਾਹਮਣੇ ਲੈ ਕੇ, ਤੇ ਮੈਨੂੰ ਲੱਗਦਾ ਕਿ ਆਪਾਂ ਇੱਕ ਦੱਬੀ ਹੋਈ ਅਮੀਰ ਸਿੱਖ ਵਿਰਾਸਤ ਨੂੰ ਦੁਨੀਆ ਸਾਹਮਣੇ ਦਿਖਾ ਸਕਦੇ ਹਾਂ। ਬਹੁਤ ਵੱਡਾ ਇੱਕ ਪਲੱਸ ਪੁਆਇੰਟ ਹੋ ਸਕਦਾ ਸਾਡਾ। ਮਾਈਕਲ, ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਇਹ ਜਾਣ ਕੇ ਜਾਣ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੂੰ ਢਾਈ ਜਾਂਦੇ ਨੇ। ਭੂਰੀ ਵਾਲੇ ਇਸ ਬਾਬੇ ਦੀ ਮੈਂ ਗੱਲਬਾਤ ਕੱਲ੍ਹ ਸੁਣ ਰਿਹਾ ਸੀ ਇੱਕ ਟੀਵੀ ਤੇ, ਉਹ ਕਹਿੰਦਾ ਨਾ ਪੁਰਾਣੀਆਂ ਚੀਜ਼ਾਂ ਢਾਓ, ਨਵੀਆਂ ਬਣਾਓ। ਇਹਨਾਂ ਨੂੰ ਕੀ ਦੌਰਾ ਪਿਆ ਹੋਇਆ ਹੈ? ਢਾਹ ਕੇ ਕਦੇ ਤਰਨਤਾਰਨ ਸਾਹਿਬ ਦੀ ਜਿਹੜੀ ਡਿਊਟੀ ਨੂੰ ਪੈ ਜਾਂਦੇ ਆ, ਕਦੇ ਕਿਤੇ ਪੈ ਜਾਂਦੇ ਆ। ਇਹ ਕਿਉਂ ਸੰਗਮਰਮਰ 'ਚ ਦੱਬਦੇ ਆ? ਕੀ ਤੁਹਾਨੂੰ ਲੱਗਦਾ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ? ਸਰ ਐਕਚੁਅਲੀ ਵਿੱਚ ਕਿਸੇ ਵੀ ਕੌਮ ਜਾਂ ਉਹਦੀ ਪਹਿਚਾਣ ਉਹਦੇ ਅਮੀਰ ਵਿਰਸੇ ਤੋਂ ਹੁੰਦੀ ਹੈ, ਉਹਦਾ ਜਿਹੜਾ ਹੁੰਦਾ। ਤੇ ਇਹ ਡੈਫੀਨੇਟਲੀ ਜਿਹੜੀਆਂ ਵਿਰਾਸਤਾਂ ਹੈ ਬਹੁਤ ਅਨਮੋਲ ਹੈ, ਪਰ ਏਦਾਂ ਅਣਗਹਿਲੀ ਨਾਲ ਜਾਂ ਜਾਣਬੁੱਝ ਕੇ ਢਾਹ ਦੇਣਾ ਜਾਂ ਕਾਰ ਸੇਵਾ ਦੇ ਨਾਂ ਤੇ ਉਹਨੂੰ ਪੂਰੀ ਤਰ੍ਹਾਂ ਨਵਾਂ ਖੜ ਦੇਣਾ ਇੱਕ ਤਰ੍ਹਾਂ ਬਹੁਤ ਗਲਤ ਗੱਲ ਹੈ। ਔਰ ਮੈਨੂੰ ਲੱਗਦਾ ਕਿ ਆਪਾਂ ਇਹ ਚੀਜ਼ ਨੂੰ ਰੋਕਣਾ ਚਾਹੀਦਾ, ਇਸ ਵਰਤਾਰੇ ਨੂੰ ਰੋਕਣਾ ਚਾਹੀਦਾ। ਰੀਸੈਂਟਲੀ ਮੈਂ ਇਸ ਦੇ ਬਾਰੇ ਵੀ ਗੱਲਬਾਤ ਕਰ ਰਿਹਾ ਸੀ ਕਿ ਆਪਾਂ SGPC ਨੂੰ ਮਿਲੀਏ ਜਾਂ ਇੱਕ ਪੰਜਾਬ ਸਰਕਾਰ ਨੂੰ ਵੀ ਮਿਲੀਏ ਕਿ ਇੱਕ ਸਿੱਖ ਆਰਕੀਓਲੋਜੀਕਲ ਡਿਪਾਰਟਮੈਂਟ ਬਣਾਇਆ ਜਾਵੇ, ਤਾਂ ਕਿ ਕੋਈ ਵੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ, ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਕਰਨ ਤੋਂ ਪਹਿਲਾਂ ਉਹਦੀ ਇੱਕ ਜਿਹੜੀ ਅਹਿਮੀਅਤ ਹੈਗੀ ਹੈ ਉਹਦੇ ਬਾਰੇ ਪਤਾ ਲੱਗ ਜਾਵੇ ਕਿ ਉਹਦੀ ਇੱਕ ਹੈਰੀਟੇਜ ਉਹਦੇ ਵਿੱਚ ਕੀ ਹੈ ਜਾਂ ਉਹਦਾ ਇਤਿਹਾਸਿਕ ਪਿਛੋਕੜ ਕੀ ਹੈ, ਤਾਂ ਕਿ ਕੋਈ ਵੀ ਡਿਸਟ੍ਰੈਕਸ਼ਨ ਤੋਂ ਪਹਿਲਾਂ ਉਹਨੂੰ ਬਚਾ ਲਈਏ ਕਿਸੇ ਤਰੀਕੇ ਨਾਲ। ਸੋ ਡੈਫੀਨੇਟਲੀ ਇਹ ਚੀਜ਼ ਹੈਗੀ ਹੈ। ਨੈਗੇਟਿਵ ਪੁਆਇੰਟ ਹੈਗਾ ਕਿ ਇਹ ਜਿਹੜੀ ਕਮਿਊਨਿਟੀ ਹੈ, ਪੰਜਾਬੀ ਕਮਿਊਨਿਟੀ, ਪਰਟੀਕੁਲਰਲੀ ਸਿੱਖ ਕਮਿਊਨਿਟੀ, ਆ ਜਿਹੜਾ ਹੋਇਆ ਹੈਰੀਟੇਜ ਦਾ ਜਿਹੜਾ ਘਾਣ ਸਾਲਾਂ ਤੋਂ ਹੋ ਗਿਆ, ਤੇ ਇਹਨੂੰ ਅਸੀਂ ਨਹੀਂ ਰੋਕ ਪਾਏ, ਤੇ ਹੁਣ ਸਮਾਂ ਹੈ ਰੋਕਣ ਦਾ। ਤੇ ਮਾਈਕਲ, ਅਖੀਰ ਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੋ ਜਿਹੜਾ ਮੈਂ ਨਾ ਪੁੱਛਿਆ ਹੋਵੇ? ਸਰ ਮੈਂ ਫਿਲਹਾਲ ਤੇ ਇਹੀ ਕਹਿਣਾ ਚਾਹਾਂਗਾ ਕਿ ਜਿਸ ਤਰੀਕੇ ਦਾ ਸਟਰਕਚਰ ਸਾਡੇ ਇੱਥੇ ਡੈਮੋਲਿਸ਼ ਹੋ ਗਿਆ ਕਾਰ ਸੇਵਾ ਦੇ ਨਾਂ ਤੇ, ਜਾਂ ਹੁਣੇ ਹਲੇ ਕਾਫੀ ਕੁਝ ਤਬਾਹ ਹੋ ਗਿਆ, ਤੇ ਮੈਨੂੰ ਲੱਗਦਾ ਕਿ ਸਿੱਖ ਆਰਕੀਓਲੋਜੀ ਡਿਪਾਰਟਮੈਂਟ ਇਹਦੇ ਲਈ ਇੱਕ ਵੱਖਰਾ ਬਣਨਾ ਚਾਹੀਦਾ, ਜਿਹਦੇ ਤਹਿਤ ਉਹ ਆਈਡੈਂਟੀਫਾਈ ਕਰਨ ਉਹਨਾਂ ਥਾਵਾਂ ਨੂੰ ਜਿੱਥੇ ਸਿੱਖ ਵਿਰਾਸਤ ਉਜੜ ਰਹੀ ਹੈ ਜਾਂ ਖਤਮ ਹੋ ਰਹੀ ਹੈ ਥਰੂ ਆਊਟ ਅੰਮ੍ਰਿਤਸਰ ਜਾਂ ਪੰਜਾਬ ਕਿਤੇ ਵੀ। ਸੋ ਇਹ ਚੀਜ਼ ਦੀ ਲੋੜ ਹੈਗੀ ਹੈ ਕਿ ਆਪਾਂ ਇਹਦੇ ਲਈ ਸੰਘਰਸ਼ ਕਰੀਏ ਕਿ ਸਿੱਖ ਆਰਕੀਓਲੋਜੀਕਲ ਡਿਪਾਰਟਮੈਂਟ ਤੇ ਵਰਲਡ ਸਿਟੀ ਆਫ ਅੰਮ੍ਰਿਤਸਰ ਅਥਾਰਟੀ ਇਹ ਬਣੇ, ਤੇ ਤਾਂ ਕਿ ਜਿਹੜਾ ਅੰਮ੍ਰਿਤਸਰ ਅੰਦਰ ਦਾ ਸ਼ਹਿਰ ਹੈ, ਜਿਹੜੀ ਗੁਰੂ ਸਾਹਿਬ ਦੀ ਇੱਕ ਮਹਾਨ ਵਿਰਾਸਤ ਹੈ, ਉਹਨੂੰ ਵੀ ਬਚਾ ਸਕੀਏ ਤੇ ਆਪਾਂ ਕੁਝ ਕਰ ਸਕੀਏ। ਸਿੱਖ ਜਿਹੜੀ ਮੈਂ ਆਰਕੀਓਲੋਜੀਕਲ ਡਿਪਾਰਟਮੈਂਟ ਦੀ ਕਹਿ ਰਿਹਾ ਤੁਹਾਨੂੰ ਗੱਲ। ਮਾਈਕਲ ਰੌਲ ਮੈਂ ਹੁਣੇ ਅੱਜ ਫੇਸਬੁੱਕ ਤੇ ਉਹਨਾਂ ਦੀ ਇੱਕ ਪੋਸਟ ਸਾਂਝੀ ਕੀਤੀ ਹੈ, ਮੇਰੇ ਨਾਲ ਫਰੈਂਡ ਲਿਸਟ ਦੇ ਵਿੱਚ ਨੇ, RAUL ਲਾਸਟ ਨੇਮ, ਤੇ ਮਾਈਕਲ ਰੌਲ ਚੜ੍ਹਦੀ ਵਰੇਸ ਦਾ ਇੱਕ ਮੁੰਡਾ ਹੈ ਤੇ ਅੰਮ੍ਰਿਤਸਰ ਸਾਹਿਬ 'ਚ ਉਹਨਾਂ ਦਾ ਜਨਮ ਹੋਇਆ, ਤੇ ਨਜ਼ਰ ਹੈ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਦੀ, ਜਿਨ੍ਹਾਂ ਤੇ ਉਹਨਾਂ ਦੀ ਨਜ਼ਰ ਪੈਣੀ ਹੈ, ਉਹਨਾਂ ਨੇ ਜਸ ਦੁਨੀਆ 'ਚੋਂ ਖੱਟਣਾ। ਮਾਈਕਲ ਉਹਨਾਂ ਦੇ ਵਿੱਚੋਂ ਇੱਕ ਹੈ। ਮਨਵੀਰ ਸਿੰਘ ਗਰੇਵਾਲ ਡੜਹੇੜੀ ਛੋਟੇ ਭਰਾ ਨੇ ਰਾਬਤਾ ਬਣਾ ਕੇ ਅੱਜ ਗੱਲ ਮਾਈਕਲ ਨਾਲ ਮੇਰੀ ਕਰਵਾਈ ਆ। ਮਾਈਕਲ, ਸ਼ੁਭ ਸ਼ਾਮਾਂ, ਤੇ ਛੋਟੇ ਭਾਈ ਗੱਲਬਾਤ ਹੁੰਦੀ ਰਹੇਗੀ ਤੁਹਾਡੇ ਨਾਲ। ਚੜ੍ਹਦੀ ਕਲਾ ਜੀ। ਧੰਨਵਾਦ ਸਰ। ਧੰਨਵਾਦ। ਮਾਈਕਲ ਰੌਲ ਗੱਲ ਕਰ ਰਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। ਇਹ ਨੇ ਨਜ਼ਰਾਂ ਦੀਆਂ ਗੱਲਾਂ, ਜਿਨ੍ਹਾਂ ਤੇ ਨਜ਼ਰ ਸਿੱਧੀ ਪੈਂਦੀ ਹੈ, ਤੇ ਜਿੱਥੇ ਨਜ਼ਰ ਅਪੱਠੀ ਪੈਂਦੀ ਹੈ ਫਿਰ ਸੁਲਤਾਨਾਂ ਤੋਂ ਘਾਹ ਚਗਾਉਂਦਾ ਉਹ। ਸੋਚਣ ਦੀ ਗੱਲ ਹੈ। ਥੋੜ੍ਹੇ ਸਮੇਂ ਤੱਕ ਪੰਜਾਬ ਦੇ ਵਿੱਚ ਕੰਮ ਕਰਦੀ ਫਾਊਂਡੇਸ਼ਨ ਰਾਉਂਡ ਗਲਾਸ ਫਾਊਂਡੇਸ਼ਨ ਹੈ, ਇਸ ਜਥੇਬੰਦੀ ਦੇ ਬਾਰੇ ਗੱਲਬਾਤ ਹੋਏਗੀ। ਇਸ ਦੇ ਪਰਪਸ ਕੀ ਨੇ? ਸਿਆਟਲ ਤੋਂ ਰਮਿੰਦਰ ਕੌਰ ਗੱਲਬਾਤ ਕਰਨਗੇ, ਤੇ ਰਜਨੀਸ਼ ਹੋਣੀ ਪਟਿਆਲੇ ਤੋਂ ਗੱਲਬਾਤ ਕਰਨਗੇ, ਜਿਨ੍ਹਾਂ ਨੇ ਮਾਸਟਰਸ ਕੀਤੀ ਆ ਬਾਇਓਟੈਕਨੋਲੋਜੀ 'ਚ, PhD ਕੀਤੀ ਆ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਵਿੱਚ, ਤੇ ਪੰਜਾਬ ਦੇ ਵਾਤਾਵਰਨ ਅਤੇ ਪੰਜਾਬ ਦੇ ਲਈ ਉਹ ਬਹੁਤ ਚਿੰਤਤ ਨੇ। ਉਹਨਾਂ ਨਾਲ ਗੱਲਬਾਤ ਹੋਏਗੀ। ਜੈਫ ਬੇਜ਼ੋਸ ਨੇ ਆਪਣੇ ਰੌਕਟ ਦੇ ਰਾਹੀਂ, ਦੇਖੋ ਪਹਿਲੀ ਜਿਹੜੀ ਉਡਾਰੀ ਮਾਰ ਕੇ ਆਇਆ ਬ੍ਰੈਂਸਨ, ਉਹ ਹੈ ਇੱਕ ਜਹਾਜ਼ ਜਿਹੜਾ ਸਪੇਸ ਪਲੇਨ ਕਹਿ ਸਕਦੇ ਹੋ ਤੁਸੀਂ ਉਸਨੂੰ, ਜਿਹਨੂੰ ਪਾਇਲਟ ਚਲਾਉਂਦਾ ਹੈ। ਜੈਫ ਬੇਜ਼ੋਸ ਦਾ ਇਹ ਇੱਕ ਰੌਕਟ ਹੈ, ਇੱਕ ਕੈਪਸੂਲ ਹੈ, ਜਿਸ ਤਰ੍ਹਾਂ ਤੁਸੀਂ ਕਹਿ ਦਿਓ ਬਈ ਇਲੌਨ ਮਸਕ ਦਾ ਜਾਂਦਾ ਹੈ,
ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ। ਇਸ ਤਰ੍ਹਾਂ ਹੀ ਕਰਮਨ ਲਾਈਨ ਹੈ, ਇੱਕ ਕਰਮਨ ਲਾਈਨ ਅਬਾਊਟ 100 ਕਿਲੋਮੀਟਰ ਆ ਸਾਡੀ ਧਰਤੀ ਤੋਂ, ਜਿੱਥੋਂ ਉੱਪਰ ਅਸਲ ਜਿਹੜਾ ਸਪੇਸ ਹੈ, ਜਿਹੜਾ ਖਲਾ ਜਿਹੜਾ ਉਹ ਸ਼ੁਰੂ ਹੁੰਦਾ ਕਹਿ ਦਿਓ, ਤਾਂ ਉਸ ਤੋਂ ਥੱਲੇ ਧਰਤੀ ਦਾ ਐਨਵਾਇਰਮੈਂਟ ਹੈ, ਬਾਜੂ ਮੰਡਲ ਹੈ। 100 ਕਿਲੋਮੀਟਰ ਤੋਂ ਜਦ ਰਾਕਟ ਧਰਤੀ ਦੇ ਬਾਜੂ ਮੰਡਲ ਦੇ ਵਿੱਚ ਅਬਾਊਟ 15 ਕਿਲੋਮੀਟਰ 20 ਕਿਲੋਮੀਟਰ ਦਾ ਏਰੀਆ ਉਹ 'ਚ ਵੜਦਾ, ਤਾਂ ਬਹੁਤ ਜ਼ਿਆਦਾ ਉੱਥੇ ਗਰਮੀ ਹੁੰਦੀ, ਉਹਦੇ ਥੱਲੇ ਰਹਿੰਦੇ ਆ ਇਹ। ਪਰ 100 ਕਿਲੋਮੀਟਰ 'ਤੇ ਜਾ ਕੇ ਗ੍ਰੈਵਿਟੀ ਘਟਣ ਲੱਗ ਜਾਂਦੀ ਹੈ, ਜ਼ੀਰੋ ਨਹੀਂ ਹੁੰਦੀ, 6 ਗ੍ਰੈਵਿਟੀ 'ਤੇ ਸਰੀਰ ਉੱਡਦਾ, ਅਤੇ ਇਹਦਾ ਜਿਹੜਾ ਹੈ ਇਹ ਪੈਰਾਸ਼ੂਟ ਦੇ ਰਾਹੀਂ ਕੈਪਸੂਲ ਬਾਹਰ ਵਾਪਸ ਆ ਕੇ ਧਰਤੀ 'ਤੇ ਡਿੱਗਿਆ। ਨਾਲ ਉਹਦਾ ਭਾਈ ਸੀ, ਇੱਕ 18 ਸਾਲ ਦਾ ਮੁੰਡਾ ਸੀ ਨੈਦਰਲੈਂਡ ਤੋਂ, ਇੱਕ 82 ਸਾਲ ਦੀ ਜਿਹਨੇ ਜ਼ਿੰਦਗੀ ਦੇ ਵਿੱਚ ਪਾਇਲਟ ਦੇ ਤੌਰ 'ਤੇ ਬਹੁਤ ਸਮਾਂ ਗੁਜ਼ਾਰਿਆ, 82 ਸਾਲ ਦੀ ਉਹ ਪਾਇਲਟ ਵੀ ਵੈਲੀ ਫੰਕ ਜਿਹੜੀ ਐਵੀਏਸ਼ਨ ਪਾਇਨੀਅਰ ਟੈਕਸਸ ਤੋਂ, ਉਹ ਵੀ ਨਾਲ ਫਲਾਈ ਕਰਕੇ ਆਈ ਹੈ। ਜੈਫ ਬੈਜ਼ੋਸ ਦੇ ਨਾਲ ਉਹਦਾ ਭਾਈ ਜਿਹੜਾ, ਅਤੇ ਉਸ ਤੋਂ ਬਾਅਦ ਮਾਰਕ ਬੈਜ਼ੋਸ, ਉਸ ਤੋਂ ਬਾਅਦ ਐਲਬਰਟ ਡੇਮਨ ਨੈਦਰਲੈਂਡ ਦਾ 18 ਵਰ੍ਹਿਆਂ ਦਾ ਬਲੂ ਓਰੀਜਨ ਕੰਪਨੀ। ਬਸ ਸ਼ੁਰੂ ਹੋ ਗਿਆ ਜੀ, ਹੁਣ 2.5 ਲੱਖ ਦੀ ਟਿਕਟ ਹੈ, ਲੋਕ ਜਾਇਆ ਕਰਨਗੇ, ਚੜ੍ਹਿਆ ਕਰਨਗੇ, ਮੁੜਿਆ ਕਰਨਗੇ। ਟੈਕਸਸ ਦੇ ਵਿੱਚ ਇਹ ਪੈਰਾਸ਼ੂਟ ਦੇ ਰਾਹੀਂ ਦੁਆਰਾ ਡਿੱਗ ਪਿਆ। ਇਸ ਨੂੰ ਕਿਸੇ ਨੇ ਨਹੀਂ ਚਲਾਇਆ, ਪਾਇਲਟ ਨਹੀਂ ਸੀ ਇਹਦੇ, ਤਾਂ ਜਿਹੜਾ ਵਰਜਨ ਐਟਲਾਂਟਿਕ ਵਰਜਨ ਵਾਲਾ ਜਿਹੜਾ ਉਹ ਜਹਾਜ਼ ਸੀ, ਜਹਾਜ਼ ਦੇ ਉੱਚੇ ਉੱਪਰ ਜਾ ਕੇ ਅਤੇ ਉਸ ਤਰ੍ਹਾਂ ਹੀ ਉਹ ਫਲਾਈ ਕੀਤਾ, ਪਾਇਲਟ ਨੇ ਲਾਇਆ ਉਸ ਨੂੰ, ਜਿਸ ਤਰ੍ਹਾਂ ਸਪੇਸ ਸ਼ਟਲਸ ਉਤਰਦੀਆਂ ਹੁੰਦੀਆਂ ਸੀ ਉਸ ਤਰ੍ਹਾਂ। ਸੋ ਇਹ ਨਵੀਂ ਇੱਕ ਗੱਲ ਹੋਰ ਸ਼ੁਰੂ ਹੋ ਚੁੱਕੀ। ਕੱਲ੍ਹ ਦੀ ਗੱਲ ਮੈਂ ਨਵਾਂ ਸ਼ਹਿਰ ਖਟਕੜ ਕਲਾਂ ਦੀ ਤੁਹਾਨੂੰ ਦੱਸਣੀ ਚਾਹੁੰਦਾ ਵੀ ਜਿਹੜਾ ਕਾਫਲਾ ਬਹੁਤ ਵੱਡਾ ਸਿੱਧੂ ਹੋਣਾ ਦਾ ਹੋ ਗਿਆ। ਅੰਮ੍ਰਿਤਸਰ ਬਹੁਤ ਵੱਡਾ ਇਕੱਠ ਸੀ, ਮੀਂਹ ਪੈਂਦੇ 'ਚ ਲੋਕ ਤੁਸੀਂ ਦੇਖੇ ਹੋਣੇ YouTube 'ਤੇ ਅਤੇ TV ਚੈਨਲ 'ਤੇ। ਪੰਜਾਬ ਜਿਵੇਂ ਨਾਲ ਸਿੱਧੂ ਦੇ ਤੁਰਿਆ। ਦੇਖੋ ਔਗਣ ਬਹੁਤ ਨੇ ਇਨਸਾਨਾਂ ਦੇ ਵਿੱਚ, ਸਾਰਿਆਂ 'ਚ ਹੁੰਦੇ ਨੇ ਬੜੇ ਔਗਣ, ਉਹਦੇ ਵੀ ਗਿਣੇ ਜਾ ਸਕਦੇ ਨੇ। ਉਹਨੇ ਕੀ ਕੀਤਾ, ਉਹਨੇ ਕੀ ਕੀਤਾ। ਆਪਾਂ ਕ੍ਰਿਟਿਕ ਉਹਦੇ ਆਪ ਵੀ ਰਹੇ ਹਾਂ ਵੀ ਯਾਰ ਨਵੇੜਨ ਹੁਣ ਕਹਾਣੀ, ਪ੍ਰਧਾਨ ਬਣੂ ਨਹੀਂ ਬਣੂ, ਪੰਜਾਬ ਦਾ ਇਹਦਾ ਕੀ ਫਾਇਦਾ। ਹੁਣ ਪੰਜਾਬ ਦਾ ਫਾਇਦਾ ਜਿਹੜਾ ਉਹ ਕੀ ਹੋਏਗਾ, ਪੰਜਾਬ ਦਾ ਫਾਇਦਾ ਜਦੇ ਹੋਏਗਾ ਜਦ ਕਾਂਗਰਸ ਕਮੇਟੀ ਹਾਈ ਕਮਾਂਡ ਉਹਨੂੰ ਕੋਈ ਸਮਾਂ ਦੇਣਗੇ 6 ਮਹੀਨੇ 'ਚ, ਜਾਂ 2022 ਦਾ ਉਹ ਚਿਹਰਾ ਹੋਏਗਾ। ਅਦਰਵਾਈਜ਼ ਪ੍ਰਧਾਨ ਬਣ ਕੇ ਉਹਦੇ ਕੋਲ ਕੁਛ ਨਹੀਂ ਹੈ। ਜੇ ਤਾਕਤ ਉਹਨੂੰ ਮਿਲੂ, ਲੱਗਦਾ ਤਾਕਤ ਮਿਲ ਗਈ ਆਲਰੇਡੀ, ਜਿਸ ਤਰ੍ਹਾਂ ਇਕੱਠ ਹੋ ਰਿਹਾ, ਜਿਸ ਤਰ੍ਹਾਂ ਪੰਜਾਬ ਤੁਰ ਰਿਹਾ। ਸੀਨੀਅਰ ਅਫਸਰ ਨੇ ਨਵਾਂ ਸ਼ਹਿਰ ਤੋਂ ਦੱਸਿਆ ਵੀ ਬਹੁਤ ਵੱਡਾ ਇਕੱਠ ਸੀ, ਵਿਰੋਧ ਵੀ ਸੀ, ਵਿਰੋਧ ਲਈ ਵੀ ਜਥੇਬੰਦੀਆਂ ਗਈਆਂ ਹੋਈਆਂ ਸੀ, ਪਰ ਇਕੱਠ ਉਹ ਉਸ ਤਰ੍ਹਾਂ ਬਣਿਆ ਬਣਾਇਆ ਅੰਮ੍ਰਿਤਸਰ ਸਾਹਿਬ ਚਲ ਗਿਆ। ਹਲੇ ਅਫੀਸ਼ੀਅਲ ਨਹੀਂ, ਹਲੇ ਸ਼ਕਤੀ ਪ੍ਰਦਰਸ਼ਨ ਉਸਨੇ ਕੀਤਾ, ਪਰ ਪੰਜਾਬ ਇਸ ਤਰ੍ਹਾਂ ਹੀ ਤੁਰਦਾ। ਪੰਜਾਬ ਨੂੰ ਤੁਸੀਂ ਦੇਖਿਆ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਭਾਗਲਪੁਰ ਬੰਦ ਸੀ, ਅੰਦਰ ਬੈਠਿਆਂ ਨੂੰ ਜਿਤਾ ਦਿੱਤਾ, ਮੰਡੋਣਾ ਨੂੰ MP ਬਣਾ ਦਿੱਤਾ, ਬੀਬੀ ਬੁਲਾਰਾ ਅਤੇ ਪਤਾ ਹੀ ਨਹੀਂ ਕੌਣ ਕੌਣ ਜਿਹੜਾ ਖੜ ਗਿਆ। ਐਂ ਹੀ ਪੰਜਾਬ ਤੁਰਦਾ ਜਾਂ ਤੁਰਦਾ, ਇਉਂ ਹੀ ਪੰਜਾਬ 78 'ਚ ਤੁਰਿਆ ਸੀ। ਜਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ ਪੰਜਾਬ ਦੇ ਵਿੱਚ ਕਥਾ ਕਰਦੇ ਕਰਦੇ ਸੰਤ ਤੋਂ ਸਿਪਾਹੀ ਬਣੇ, ਜਦ ਵੀ ਪੰਜਾਬ ਇਉਂ ਹੀ ਤੁਰਿਆ। ਪੰਜਾਬ 17 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਵੀ ਇਉਂ ਹੀ ਤੁਰਿਆ ਸੀ। ਸਮਾਂ ਹੁੰਦਾ ਮੌਕਾ ਸਾਂਭਣ ਦਾ। ਸਾਰਿਆਂ ਦਾ ਫਿਰ ਇੱਕ ਵਾਰ ਸਵਾਗਤ ਹੈ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ। ਅਤੇ ਅੱਜ ਅਸੀਂ ਪੰਜਾਬ ਦੇ ਲਈ, ਪੰਜਾਬ ਦੇ ਭਲੇ ਦੇ ਲਈ ਜਦ ਇੱਕ ਹਾਕ ਮਾਰਨੀ ਆ ਤਾਂ ਅਸੀਂ ਭੱਜਦੇ ਹਾਂ, ਕੋਈ ਸਾਂਭਣ ਵਾਲਾ ਹੋਵੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਇੱਥੋਂ ਵੀ ਬਚੇ, ਇੱਥੋਂ ਵੀ ਬਚੇ, ਇੱਥੋਂ ਵੀ ਬਚੇ। ਅਸੀਂ ਆਪਣੇ ਪਿੰਡਾਂ ਦੇ ਵਿੱਚ ਹਰ ਸਾਲ ਜਾ ਕੇ ਲੱਖਾਂ ਹੀ ਰੁਪਈਏ ਖਰਚਦੇ ਹਾਂ। ਹਾਲੇ ਤੱਕ 70 ਵਰ੍ਹੇ ਹੋ ਗਏ, 75 ਦੇਸ਼ ਆਜ਼ਾਦ ਹੋਏ ਨੂੰ, ਹਲੇ ਗਲੀਆਂ ਨਾਲੀਆਂ ਤੇ ਬਿਜਲੀ ਦੇ ਲਾਟੂ ਹੀ ਨਹੀਂ ਪੰਜਾਬ 'ਚ ਲੱਗੇ। ਬਸ ਉਹਦੇ ਆਲੇ ਦੁਆਲੇ ਟੂਰਨਾਮੈਂਟ ਕਰਾ ਲਿਆ, ਇਸ ਤਰ੍ਹਾਂ ਕਰਾ ਲਿਆ। ਇਹ ਚੀਜ਼ਾਂ ਦੇ ਨਾਲ ਨਾਲ ਹੁਣ ਪੰਜਾਬ ਦੇ ਵਿੱਚ ਉੱਥੇ ਦੇ ਵਾਤਾਵਰਨ ਦੇ ਬਾਰੇ, ਉੱਥੇ ਇਸਤਰੀ ਦੇ ਸਤਿਕਾਰ ਦੇ ਬਾਰੇ, ਅਤੇ ਉੱਥੇ ਦੀ ਜਿਹੜੀ ਇਕੋਲੋਜੀ ਹੈ, ਉੱਥੇ ਦਾ ਵਾਤਾਵਰਨ ਹੈ, ਉਸ ਨੂੰ ਸਾਂਭਣ ਲਈ, ਅਤੇ ਜਾਂ ਫਿਰ ਉੱਥੇ ਕੁਦਰਤੀ ਕੋਈ ਆਫਤ ਆ ਗਈ ਉਸ ਨੂੰ ਸਾਂਭਣ ਦੇ ਲਈ ਇੱਕ ਆਰਗੇਨਾਈਜੇਸ਼ਨ ਹੈ ਰਾਊਂਡ ਗਲਾਸ ਫਾਊਂਡੇਸ਼ਨ।
ਰਾਉਂਡ ਗਲਾਸ ਫਾਊਂਡੇਸ਼ਨ ਦੇ ਨਾਲ ਪਿਛਲੇ ਦਿਨੀ ਕੰਟੈਕਟ ਹੋਇਆ, ਰੋਮਨ ਨੇ ਕੀਤਾ ਤੇ ਉਸ ਦੇ ਬੇਸਿਕਲੀ ਉਹ ਮੇਰਾ ਖਿਆਲ ਪਤਾ ਕਰਾਂਗੇ ਆਪਾਂ, ਮੈਨੂੰ ਲੱਗਦਾ ਅਮਰੀਕਾ ਤੋਂ ਸ਼ੁਰੂ ਹੋਈ ਤਾਂ ਉਸ ਦੇ ਦੋ ਅਹੁਦੇਦਾਰ ਕਹਿ ਲਈਏ, ਕੰਮ ਕਰਨ ਵਾਲੇ ਕਹਿ ਲਈਏ, ਇੱਕ ਸਿਆਟਲ ਦੇ ਵਿੱਚ ਨੇ ਰਮਿੰਦਰ ਕੌਰ ਗਰੇਵਾਲ, ਰਮਨ ਕੌਰ ਗਰੇਵਾਲ, ਤੇ ਰਜਨੀਸ਼ ਹੋਣੀ ਪਟਿਆਲੇ ਦੇ ਵਿੱਚ ਨੇ। ਦੋਨੇ ਮੇਰੇ ਨਾਲ ਨੇ। ਆਰਗੇਨਾਈਜੇਸ਼ਨ ਬਾਰੇ ਪੁੱਛਦੇ ਹਾਂ, ਕੰਮ ਕੀ ਕਰਦੀ ਹੈ, ਸਭ ਕੁਛ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਫਿਰ ਹੌਲੀ ਹੌਲੀ ਸਾਰਾ ਕੁਝ ਸੈਟਅਪ ਕਰਕੇ ਇਨੀਸ਼ੀਏਟਿਵ ਆਪਾਂ ਲੈ ਕੇ ਪੰਜਾਬ ਦੇ ਪਿੰਡ ਅਡਾਪਟ ਕਿਵੇਂ ਕਰਨੇ ਨੇ, ਕਿਉਂਕਿ ਮੰਗਲਵਾਰ ਦਾ ਦਿਨ ਅੱਜ ਦੇ ਪੰਜਾਬ ਦੀ ਸਿਰਲੇਖ ਥੱਲੇ ਰਾਜਨੀਤਿਕ ਹੋਏ ਜਾਂ ਪੰਜਾਬ ਦੇ ਭਲੇ ਦੇ ਲਈ ਕੀ ਕਰ ਸਕਦਾ ਡਾਇਸਪੋਰਾ, ਪੰਜਾਬੀ ਸਿੱਖ ਕੀ ਕਰ ਸਕਦੇ ਹਾਂ ਅਸੀਂ। ਸਭ ਤੋਂ ਪਹਿਲਾਂ ਰਮਨ ਕੌਰ ਗਰੇਵਾਲ ਨਾਲ ਗੱਲਬਾਤ ਕਰਦੇ ਹਾਂ। ਰਮਨ, ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੀਤ ਜੀ, ਥੈਂਕ ਯੂ ਸੋ ਮਚ। ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਸਾਰੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਨਾਲ ਹੀ ਰਜਨੀਸ਼ ਜੀ ਪਟਿਆਲੇ ਤੋਂ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਇਹ ਸਾਰੇ ਜਿੰਨੇ ਵੀ ਵਿਦੇਸ਼ੀ ਵਸਦੇ ਆ ਬਾਹਰਲੇ ਦੇਸ਼ਾਂ ਵਿੱਚ, ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਧੰਨਵਾਦ ਜੀ, ਬਹੁਤ ਬਹੁਤ। ਰਮਨ, ਤੁਸੀਂ ਦੋਨੇ ਹੀ ਨਾਲ ਹੋ ਮੇਰੇ, ਦੋਨੇ ਇੱਕ ਦੂਜੇ ਦੇ ਨਾਲੇ ਗੱਲ ਸੁਣੋਗੇ, ਨਾਲੇ ਆਪਾਂ ਦੋਨੇ ਹੀ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਸ ਫਾਊਂਡੇਸ਼ਨ ਬਾਰੇ ਦੱਸੋ ਜੀ, ਰਾਉਂਡ ਗਲਾਸ ਫਾਊਂਡੇਸ਼ਨ, ਇਹ ਕੀ ਹੈ ਜੀ? ਹਾਂਜੀ ਹਰਜੀਤ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਰਾਉਂਡ ਗਲਾਸ ਫਾਊਂਡੇਸ਼ਨ ਇੱਕ ਪੰਜਾਬ ਤੇ ਕੰਮ ਕਰ ਰਹੀ ਆ। ਇਹ ਪੰਜਾਬ ਦੇ ਪਿੰਡਾਂ ਅਤੇ ਪਿੰਡਾਂ ਦੇ ਲੋਕਾਂ ਦੀ ਵੈਲਬੀਇੰਗ ਜਾਂ ਖੁਸ਼ਹਾਲੀ ਤੇ ਕੰਮ ਕਰ ਰਹੀ ਆ। ਅਸੀਂ ਇਹ ਸਾਰੇ ਗ੍ਰਾਸ ਰੂਟ ਕੰਮ ਕਰ ਰਹੇ ਆ ਅਤੇ ਸਾਡੇ 4 ਪਿਲਰ ਹਨ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ। ਤੇ ਇਹ ਜਿਹੜੇ ਪ੍ਰੋਗਰਾਮ ਨੇ ਸਾਰੇ ਗ੍ਰਾਸ ਰੂਟ ਪਿੰਡਾਂ ਵਿੱਚ ਤੇ ਸਾਰੇ ਸਸਟੇਨੇਬਲ ਤੇ ਸਕੇਲੇਬਲ ਪ੍ਰੋਗਰਾਮਸ ਨੇ। ਤੇ ਉਹ ਹੈਗੇ ਨੇ, ਇੱਕ ਤਾਂ ਹੈਗਾ ਹਰ ਪੰਜਾਬ ਤੇ ਜਿਹੜੀ ਵੂਮਨ ਐਮਪਾਵਰਮੈਂਟ ਤੇ ਆ। ਦੂਜਾ ਹੈਗਾ ਲਰਨ ਪੰਜਾਬ, ਜਿਹੜੀ ਚਿਲਡਰਨਸ ਲਰਨਿੰਗ ਤੇ ਸਪੋਰਟਸ ਤੇ ਆ। ਤੀਜਾ ਹੈਗਾ ਸਸਟੇਨ ਪੰਜਾਬ, ਜਿਹੜੀ ਇਨਵਾਇਰਨਮੈਂਟ ਤੇ ਆ। ਤੇ ਚੌਥਾ ਹੈਗਾ ਰਿਲੀਫ, ਜਿਹੜੀ ਅਸੀਂ ਲਾਸਟ ਈਅਰ ਸਟਾਰਟ ਕਰਨਾ ਪਿਆ ਕਿਉਂਕਿ ਕੋਵਿਡ ਕਰਕੇ। ਤੇ ਇਹ ਕੰਮ ਜਿਹੜੇ 3 ਸਾਲ ਤੋਂ ਚੱਲ ਰਿਹਾ ਵਾ ਅਤੇ ਅਸੀਂ ਹੁਣ 900 ਪਿੰਡਾਂ ਵਿੱਚ ਪਹੁੰਚ ਚੁੱਕੇ ਹਾਂ ਅਤੇ ਤਕਰੀਬਨ 1 ਮਿਲੀਅਨ ਲੋਕਾਂ ਤੇ ਇੰਪੈਕਟ ਹੋ ਗਿਆ ਹੈ ਆਲਰੇਡੀ। ਪਰ ਸਾਡਾ ਮਿਸ਼ਨ ਹੈਗਾ ਕਿ ਅਸੀਂ ਕਮਿਊਨਿਟੀ ਦੀ ਸਪੋਰਟ ਰਾਹੀਂ, ਆਪਣੀ ਪੰਜਾਬੀ ਡਾਇਸਪੋਰਾ ਦੀ ਸਪੋਰਟ ਰਾਹੀਂ, ਕਿ ਆਪਾਂ ਕਿਵੇਂ 12,000 ਪਿੰਡਾਂ ਵਿੱਚ ਪਹੁੰਚੀਏ ਅਤੇ ਆਪਾਂ ਪੰਜਾਬ ਨੂੰ ਨੰਬਰ 1 ਸੂਬਾ ਸਟੇਟ ਇੰਡੀਆ ਵਿੱਚ ਬਣਾਈਏ। ਰਮਨ, ਪਹਿਲਾਂ ਜਥੇਬੰਦੀ, ਇਹ ਆਰਗੇਨਾਈਜੇਸ਼ਨ ਕਦ ਸ਼ੁਰੂ ਹੋਈ, ਕਿਹਨੇ ਸ਼ੁਰੂ ਕੀਤੀ ਤੇ ਇਹਦਾ ਸਟਰਕਚਰ ਕੀ ਹੈ ਜੀ? ਹਾਂਜੀ ਜੀ, ਸੋ ਜਿਹੜੀ ਇਹ ਆਰਗੇਨਾਈਜੇਸ਼ਨ ਰਾਉਂਡ ਗਲਾਸ ਫਾਊਂਡੇਸ਼ਨ 3 ਸਾਲ ਪਹਿਲਾਂ ਸਟਾਰਟ ਹੋਈ ਸੀਗੀ। ਇਹ ਐਕਚੁਅਲੀ ਸਟਾਰਟ ਹੋਈ ਸੀ, ਇੱਕ ਸਾਡੇ ਇੱਥੇ ਐਂਟਰਪ੍ਰੈਨਿਓਰ ਹੈਗੇ ਨੇ ਪੰਜਾਬੀ ਇੱਥੇ ਸਿਆਟਲ ਚ, ਉਹਨਾਂ ਦਾ ਨਾਮ ਹੈਗਾ ਗੁਰਪ੍ਰੀਤ ਸਨੀ ਸਿੰਘ। ਤੇ ਉਹ ਪੰਜਾਬ ਦੇ ਰਹਿਣ ਵਾਲੇ ਨੇ, ਇੱਥੇ US ਚੋਂ 30 ਈਅਰ ਪਹਿਲਾਂ ਆਏ ਸੀਗੇ, 30 ਸਾਲ ਪਹਿਲਾਂ। ਤੇ 5 ਸਾਲ ਪਹਿਲਾਂ ਉਹਨਾਂ ਨੇ 5 ਸਾਲ ਇੱਥੋਂ ਉਹਨਾਂ ਨੇ ਡਿਸਾਈਡ ਕੀਤਾ ਸੀ ਉਹ ਪੰਜਾਬ ਚ ਵੀ ਵਾਪਸ ਸੈਟਲ ਕਰਨਾ ਚਾਹੁੰਦੇ ਨੇ। ਪਰ ਜਦੋਂ ਉਹ ਪੰਜਾਬ ਚ ਗਏ, ਉਹਨਾਂ ਨੇ ਦੇਖਿਆ ਵੀ ਜਿਹੜੀ ਪੰਜਾਬ ਹੁਣ 20 ਸਾਲ ਤੋਂ ਬਹੁਤ ਡਿਕਲਾਈਨ ਹੋ ਰਿਹਾ ਵਾ। ਤੇ ਉਹਨਾਂ ਨੇ ਸੋਚਿਆ ਵੀ ਆਪਾਂ ਇੰਨੀ ਵਧੀਆ ਲਾਈਫ ਹੈਗੀ ਆ ਬਾਹਰ, ਤੇ ਜਦੋਂ ਆਪਾਂ ਪੰਜਾਬ ਚ ਜਾਂਦੇ ਆ, ਉਹ ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇੱਥੇ ਪੰਜਾਬ ਚ ਕੰਮ ਕਰਨਾ ਚਾਹੀਦਾ। ਤੇ ਉਹ ਫਿਰ ਉਹਨਾਂ ਤੇ ਪੰਜਾਬ ਦੀ ਡਿਵੈਲਪਮੈਂਟ ਤੇ ਪ੍ਰੋਗਰੈਸ਼ਨ ਤੇ ਉਹਨਾਂ ਨੇ 3 ਸਾਲ ਪਹਿਲਾਂ ਸਟਾਰਟ ਕੀਤਾ। ਤੇ ਹੁਣ ਸਾਡੇ 30 EMPLOYEES ਹੈਗੇ ਨੇ ਔਨ ਦ ਗਰਾਊਂਡ ਇਨ ਪੰਜਾਬ। ਤੇ ਮੈਂ ਤੇ ਸਾਡੇ ਇੱਥੇ ਹੈਗੇ ਨੇ ਕਮਿਊਨਿਟੀ ਮੈਨੇਜਰ ਇਨ ਦ US, ਜਿਹੜੇ ਅਸੀਂ ਚਾਹੁੰਦੇ ਆ ਵੀ ਪੰਜਾਬੀਆਂ ਦੇ ਨਾਲ ਆਪਾਂ ਇਹ ਫਾਊਂਡੇਸ਼ਨ ਬਾਰੇ ਦੱਸੀਏ ਵੀ ਆਪਾਂ ਕਿਵੇਂ ਸਾਰੇ ਆਪਾਂ ਇਕੱਠੇ ਹੋ ਕੇ ਆਪਾਂ ਆਪਣੇ ਪਿੰਡਾਂ ਲਈ ਇਕੱਠੇ ਹੋ ਸਕਦੇ ਹਾਂ, ਪਿੰਡਾਂ ਨੂੰ ਆਪਾਂ ਖੜੇ ਕਰ ਸਕਦੇ ਹਾਂ। ਤੇ ਰਮਨ, ਤੁਸੀਂ ਪੰਜਾਬ ਤੇ ਕਿਹੜੇ ਪਿੰਡ ਤੇ ਜੰਪ ਵਾਲੋਂ, ਕਦ ਕੁ ਤੁਸੀਂ ਉੱਥੋਂ ਆਏ? ਤੁਸੀਂ ਕੁਝ ਸਮਾਂ ਸਰੀ ਵੀ ਰਹੇ ਤੇ ਫਿਰ ਤੁਸੀਂ ਚਲੇ ਗਏ USA? ਹਾਂਜੀ ਹਰਜੀਤ ਜੀ, ਮੈਂ 12 ਸਾਲ ਦੀ ਸੀ ਜਦੋਂ ਮੈਂ ਪੰਜਾਬ ਤੋਂ ਆਈ ਆ। ਆਪਣੀ ਫੈਮਿਲੀ ਦੇ ਨਾਲ ਆਈ ਸੀਗੀ ਕੈਨੇਡਾ, ਟੋਰਾਂਟੋ ਚ। ਤੇ ਮੈਨੂੰ 4 ਸਾਲ ਹੋ ਗਏ ਹੁਣ ਸਿਆਟਲ, ਤੇ ਮੈਂ ਬਹੁਤ ਲੱਕੀ ਰਹਿ ਗਈ ਕਿ ਜਿੱਥੇ ਮੈਂ 2018 ਚ ਪੰਜਾਬ ਚ ਗਈ ਸੀਗੀ। ਮੈਂ ਚਾਹੁੰਦੀ ਸੀ ਕਿ ਕੁਛ ਪੰਜਾਬ ਚ ਕਰੀਏ, ਉਹ ਮੇਰੀ ਧਰਤੀ ਆ, ਸਾਡੀ ਸਾਰਿਆਂ ਦੀ ਧਰਤੀ ਆ। ਤੇ ਸੋ ਮੈਂ ਬਹੁਤ ਲੱਕੀ ਰਹਿ ਗਈ ਕਿ ਮੈਨੂੰ ਉਹ ਚਾਂਸ ਮਿਲਿਆ ਪੰਜਾਬ ਤੇ। ਤੁਸੀਂ ਪਾਣੀਆਂ ਤੇ ਕੰਮ ਪਹਿਲਾਂ ਕਰਦੇ ਰਹੇ ਰਮਨ?
ਹਾਂਜੀ ਪੰਜਾਬ 'ਚ? ਰਜਨੀਸ਼, ਹਾਂ ਪੰਜਾਬ 'ਚ ਇਹ ਐਕਚੁਅਲੀ ਸਾਰੇ ਵੈਲ ਰਾਉਂਡਡ ਤਾਂ ਹੀ ਨਹੀਂ, ਇਹਦਾ ਤੁਸੀਂ ਨਾਂ ਹੈਗਾ। ਤੁਸੀਂ ਹਾਂਜੀ। ਤੁਸੀਂ ਕੁਛ ਸ਼ੁਰੂ ਕੱਲਿਆਂ ਨੇ ਕੀਤਾ ਸੀ ਟੋਰਾਂਟੋ ਤੋਂ ਪੰਜਾਬ 'ਚ ਪਹਿਲਾਂ ਪਾਣੀਆਂ ਦੇ ਲਈ? ਨਹੀਂ ਹਰਜੀਤ ਜੀ, ਨਹੀਂ, ਅਸੀਂ ਹਾਂਜੀ ਅਸੀਂ ਥੋੜੇ ਜਿਹਾ ਆਪਣੇ ਪਿੰਡ 'ਚ ਕੀਤਾ ਸੀਗਾ। ਅੱਛਾ। ਸਾਡੇ ਪੇਰੈਂਟਸ ਦੇ ਨਾਲ ਲੈ ਕੇ ਉਹ ਮਤਲਬ ਵੀ ਪਿੰਡਾਂ 'ਚ, ਆਪਣੇ ਪਿੰਡਾਂ 'ਚ, ਪਰ ਇਹ ਆਰਗੇਨਾਈਜੇਸ਼ਨ ਲੈਵਲ ਤੇ ਐਵੇਂ ਜਿਸ ਤਰ੍ਹਾਂ ਹੁਣ ਕੰਮ ਹੋ ਹੁਣ ਰਿਹਾ ਉਹ ਅੱਛਾ, ਪਹਿਲਾਂ ਨਹੀਂ ਹੋਇਆ। ਮੈਂ ਹਾਂਜੀ ਰਜਨੀਸ਼ ਹੁਣਾਂ ਨੂੰ ਵੀ ਨਾਲ ਲੈ ਲਵਾਂ। ਰਜਨੀਸ਼ ਹੁਣੀ ਪਟਿਆਲੇ 'ਚ ਨੇ, ਮਾਸਟਰਸ ਨੇ ਉਹਨਾਂ ਨੇ ਕੀਤੀ ਬਾਇਓਟੈਕਨੋਲੋਜੀ ਤੇ PhD ਉਹਨਾਂ ਨੇ ਇੰਜੀਨੀਅਰਿੰਗ ਤੇ ਟੈਕਨੋਲੋਜੀ 'ਚ ਕੀਤੀ ਹੈ ਤੇ ਵਾਤਾਵਰਨ ਪ੍ਰੇਮੀ ਨੇ। ਗ੍ਰੀਨ ਪੰਜਾਬ ਮਿਸ਼ਨ ਉਹਨਾਂ ਦੇ ਆਲੇ ਦੁਆਲੇ ਨੇ ਉਹ। ਤੇ ਪੰਜਾਬ ਦੇ ਵਿੱਚ ਜਿਹੜਾ ਗ੍ਰੀਨ ਮਿਸ਼ਨ ਆ ਉਹਦੇ 'ਚ 1 ਅਰਬ ਦੇ ਕਰੀਬ ਰੁੱਖ ਲਾਉਣ ਦੀ ਗੱਲ, ਤੇ ਉਸ ਤੋਂ ਬਾਅਦ ਵੇਸਟ ਮੈਨੇਜਮੈਂਟ, ਸੀਵੇਜ ਟ੍ਰੀਟਮੈਂਟ ਪਲਾਂਟ ਜਿਹੜੇ ਨੇ ਉਹ, ਜਾਂ ਉਹ ਕਿਸ ਤਰ੍ਹਾਂ ਟੋਭਿਆਂ ਦੇ ਵਿੱਚ ਕਿਸ ਤਰ੍ਹਾਂ ਪਾਣੀ ਪਿੰਡ ਦਾ ਆਉਂਦਾ ਹੈ, ਜਿਹੜਾ ਕਦੇ ਸੁੱਕ ਜਾਂਦਾ ਸੀ ਜੇਠ ਹਾੜ 'ਚ, ਹੁਣ ਸੁੱਕਦਾ ਨਹੀਂ ਕਿਉਂਕਿ ਪੰਜਾਬ 'ਚ ਟੂਟੀਆਂ ਨੂੰ ਬੰਦ ਨਹੀਂ ਕੋਈ ਕਰਦਾ। ਵਾਟਰ ਵਰਕਸ ਦਾ ਜਿਹੜਾ ਸਿਸਟਮ ਆ, ਪਾਣੀ ਵਗਦਾ ਰਹਿੰਦਾ, ਲੋਕ ਘਰਾਂ ਤੋਂ ਬਾਹਰ ਨਹੀਂ ਜਾਂਦੇ, ਬਾਥਰੂਮ ਘਰਾਂ 'ਚ ਹੋ ਗਏ। ਤੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਰਜਨੀਸ਼, ਤੁਸੀਂ ਕਦ ਜੀ ਇਸ ਜਥੇਬੰਦੀ ਦੇ ਨਾਲ ਕਦ ਸ਼ੁਰੂ ਕੀਤਾ ਜੀ? ਹਾਂਜੀ, ਇਸ ਜਥੇਬੰਦੀ ਨੂੰ ਜੀ ਮੈਂ 2018 ਵਿੱਚ ਜੁਆਇਨ ਕੀਤਾ ਸੀਗਾ। ਅੱਛਾ ਜੀ। ਤੇ ਇਸ ਜਥੇਬੰਦੀ ਲਈ ਮੈਂ 2 ਪ੍ਰੋਜੈਕਟ ਕਰੰਟਲੀ ਹੈਂਡਲ ਕਰ ਰਿਹਾ, ਜਿਹੜੇ ਕਿ ਵਾਤਾਵਰਨ ਰਿਲੇਟਡ ਪ੍ਰੋਜੈਕਟ। ਇੱਕ ਤਾਂ 1 ਬਿਲੀਅਨ ਟਰੀ ਜਿਹੜਾ ਪੰਜਾਬ ਦੇ ਅਸੀਂ ਟੀਚਾ ਰੱਖਿਆ ਨੈਕਸਟ 25 ਸਾਲਾਂ ਚ ਲਾਉਣ ਦਾ, ਇੱਕ ਤਾਂ ਉਹ ਪ੍ਰੋਜੈਕਟ ਹੈਂਡਲ ਕਰ ਰਿਹਾ ਜੀ ਮੈਂ। ਦੂਸਰਾ ਅਸੀਂ ਪਿੰਡਾਂ ਨੂੰ ਕੂੜਾ ਮੁਕਤ ਕਿਵੇਂ ਕਰਨਾ, ਸੋਲਿਡ ਵੇਸਟ ਮੈਨੇਜਮੈਂਟ ਜਿਹੜਾ ਅਸੀਂ ਪਿੰਡਾਂ 'ਚ ਕਿਵੇਂ ਕਰਨਾ, ਉਸ ਤੇ ਮੈਂ ਕੰਮ ਕਰ ਰਿਹਾ। ਤੇ ਪੰਜਾਬ 'ਚ ਹੁਣ ਤੁਸੀਂ ਧਰਾਤਲ ਤੇ ਹੋ, ਅਸੀਂ ਤਾਂ ਬਾਹਰ ਬੈਠੇ ਹਾਂ, ਤੁਸੀਂ ਪਿੰਡਾਂ ਦੇ ਵਿੱਚ ਇਹ ਸ਼ੁਰੂਆਤ ਕੀਤੀ ਹੈ। ਇਹ ਸ਼ੁਰੂਆਤ ਦੇ ਵਿੱਚ ਕਿਹੜੇ ਪਿੰਡ ਅਡੈਪਟ ਕੀਤੇ ਜੀ? ਹੁਣ ਤੱਕ 900 ਪਿੰਡ ਜਿਹੜੇ ਰਮਨ ਨੇ ਕਿਹਾ, ਉਹਨਾਂ ਵਿੱਚ ਕੀ ਕੰਮ ਹੋਇਆ ਜੀ? ਉਹ ਕਿਹੜੇ ਏਰੀਏ ਦੇ ਪਿੰਡ ਨੇ? ਦੇਖੋ, ਅਸੀਂ ਇਹਨਾਂ ਦੋਨਾਂ ਪ੍ਰੋਜੈਕਟਾਂ ਦੀ, ਅਸੀਂ ਪਹਿਲਾਂ ਦੇਖੋ ਸਾਡੇ ਮਾਲਵਾ ਪਿੰਡ ਦੇ ਵਿੱਚ ਜਿਹੜਾ ਗ੍ਰੀਨ ਕਵਰ ਆ ਉਹ ਕਾਫੀ ਘੱਟ ਆ ਬਾਕੀ ਮਾਝੇ ਦੁਆਬੇ ਨਾਲੋਂ ਤੇ ਕੰਡੀ ਬੈਲਟ ਦੇ ਏਰੀਆ ਨਾਲੋਂ। ਇਸ ਲਈ ਅਸੀਂ ਜਿਹੜਾ ਪਲਾਂਟ ਫॉर ਪੰਜਾਬ ਪ੍ਰੋਜੈਕਟ ਤੇ ਵੇਸਟ ਮੈਨੇਜਮੈਂਟ ਪ੍ਰੋਜੈਕਟ ਹੈਗਾ, ਅਸੀਂ ਇਹ ਪੰਜਾਬ ਦੇ ਜਿਹੜੇ 11 ਜ਼ਿਲ੍ਹੇ ਹੈਗੇ ਆ ਮਾਲਵਾ ਪਿੰਡ ਤੇ ਇੱਧਰ ਜਾ ਰਹੇ ਹਾਂ, ਰੂਪੜ ਤੋਂ ਲੈ ਕੇ ਅਸੀਂ ਫਾਜ਼ਿਲਕਾ, ਮੁਕਤਸਰ ਤੱਕ ਅਸੀਂ ਇਹ ਪ੍ਰੋਜੈਕਟ ਕਰ ਰਹੇ ਹੈਗੇ। ਅੱਛਾ ਜੀ। ਤੇ ਜਿਹੜੇ ਸਾਡੇ ਵੇਸਟ ਮੈਨੇਜਮੈਂਟ ਦੇ ਪ੍ਰੋਜੈਕਟ ਉਹ 11 ਜ਼ਿਲ੍ਹਿਆਂ ਚੱਲ ਰਹੇ। ਅੱਛਾ ਜੀ। ਜਿਹੜੇ ਇਹ ਦਰਖਤ ਨੇ ਇਹ ਫਿਰ ਕਿੱਥੇ ਸ਼ੁਰੂ ਕੀਤੇ? ਕੁਛ ਹੈ ਏਰੀਆ ਦਾ, ਪਿੰਡ ਦਾ ਆਪਾਂ ਦੱਸ ਸਕਦੇ ਹਾਂ 900 ਪਿੰਡਾਂ 'ਚ ਵੀ ਜਿੱਥੇ ਕੰਮ ਹੁਣ ਤੱਕ ਰਾਉਂਡ ਗਲਾਸ ਨੇ ਕੀਤਾ? ਹਾਂਜੀ, ਇਹਦੇ ਵਿੱਚ ਜੀ ਦੇਖੋ ਹੁਣ ਤੱਕ ਅਸੀਂ 2019 ਵਿੱਚ ਇਹ ਪ੍ਰੋਜੈਕਟ ਡਿਜ਼ਾਈਨ ਕਰਕੇ ਪਿੰਡਾਂ 'ਚ ਸ਼ੁਰੂ ਕੀਤਾ ਸੀ। ਤਾਂ ਹੁਣ ਅਸੀਂ ਪੰਜਾਬ ਦੇ 554 ਪਿੰਡਾਂ 'ਚ ਇਹ ਪਲਾਂਟਿੰਗ ਪ੍ਰੋਜੈਕਟ ਨੂੰ ਲੈ ਕੇ ਜਾ ਚੁੱਕੇ ਹਾਂ। ਮੈਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ, ਇਹ ਜਿਹੜੇ ਸੀ ਕਰੰਟਲੀ ਪਲਾਂਟਿੰਗ ਪ੍ਰੋਜੈਕਟ ਜਿਹੜਾ ਚੱਲਦਾ ਸਾਡਾ 11 ਜ਼ਿਲ੍ਹੇ ਚੱਲਦਾ। ਰੋਪੜ ਹੋ ਗਿਆ, ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਬਠਿੰਡਾ, ਮਾਨਸਾ, ਲੁਧਿਆਣਾ, ਮੋਗਾ, ਇਹ ਜ਼ਿਲ੍ਹੇ ਹੈਗੇ ਆ, ਫਾਜ਼ਿਲਕਾ ਤੱਕ ਜਿਹੜੇ ਹੈਗੇ ਇਹਨਾਂ 'ਚ ਅਸੀਂ ਕੰਮ ਕਰ ਰਹੇ ਹਾਂ। ਮੰਨ ਲਓ ਵੀ ਮੈਂ ਆਪਣਾ ਪਿੰਡ ਹੈ, ਮੇਰਾ ਪਿੰਡ ਡਿਸਟ੍ਰਿਕਟ ਲੁਧਿਆਣੇ 'ਚ ਹੈ, ਦਰਾਹੇ ਦੇ ਨੇੜੇ, ਮੈਂ ਕਹਾਂ ਵੀ ਮੇਰੇ ਪਿੰਡ ਨੂੰ ਤੁਸੀਂ ਅਡੈਪਟ ਕਰੋ ਜਾਂ ਤੁਸੀਂ ਦੱਸੋ ਕੀ ਕਰਨਾ, ਉਹਦੇ ਵਿੱਚ ਜੇ ਰਾਉਂਡ ਗਲਾਸ ਨੇ ਸ਼ੁਰੂਆਤ ਕਰਨੀ ਉਹ ਕੀ ਕਰੂਗਾ? ਕੀ ਕਰਦੇ ਹੋ ਤੁਸੀਂ ਤੇ ਕਿਵੇਂ ਸ਼ੁਰੂ ਹੋਊਗਾ? ਦੇਖੋ, ਜਿਹੜਾ ਸਾਡਾ ਇਹ ਪ੍ਰੋਜੈਕਟ ਹੈਗੇ ਆ, ਜਿਵੇਂ ਹੁਣ ਮੰਨ ਤੁਸੀਂ ਆਪਣੇ ਪਿੰਡ ਦੀ ਐਗਜ਼ਾਮਪਲ ਲਈਏ ਜੀ, ਇਸ ਲਈ ਜਿਹੜੀ ਪਿੰਡ ਦੀ ਐਗਜ਼ਾਮਪਲ ਸਾਨੂੰ ਕੀ ਆ, ਨਾਰਮਲੀ ਕੀ ਹੁੰਦਾ, ਸਾਡੇ ਪਿੰਡਾਂ ਦੀ ਪੰਚਾਇਤਾਂ ਵੱਲੋਂ ਸਾਨੂੰ ਕਾਲ ਆਉਂਦੀ ਹੈ। ਅਸੀਂ ਦੇਖੋ ਬਲਾਕ ਡਿਵੈਲਪਮੈਂਟ ਆਫਿਸਰ ਨਾਲ ਜਿਹੜੇ ਪਿੰਡਾਂ ਦੇ ਵਿੱਚ BDPO ਦਫ਼ਤਰ ਹੈਗਾ, ਉਹਨਾਂ ਅਸੀਂ ਆਪਣਾ ਸੰਪਰਕ ਸਾਡਾ ਹੈਗਾ, ਉੱਥੋਂ ਵੀ ਸਾਨੂੰ ਕਾਲ ਆ ਜਾਂਦੀ ਆ। ਕਿਉਂਕਿ ਕਿਉਂਕਿ ਅਸੀਂ ਹੁਣ 550 ਪਿੰਡਾਂ 'ਚ ਤਕਰੀਬਨ, ਤਾਂ ਕਿ ਸਾਨੂੰ ਯੂਥ ਕਲੱਬਾਂ ਨਾਲ ਸਾਡੇ ਲਈ ਡਿਫਰੈਂਟ ਪੰਚਾਇਤਾਂ ਨਾਲ ਲੈ ਕੇ ਸਾਨੂੰ ਕਾਲਾਂ ਆਉਂਦੀਆਂ ਰਹਿੰਦੀਆਂ। ਫੋਰ ਐਗਜ਼ਾਮਪਲ ਜੇ ਤੁਹਾਡੇ ਪਿੰਡੋਂ ਸਾਨੂੰ ਕੋਈ ਕਾਲ ਆਉਂਦੀ ਆ, ਅਸੀਂ ਸਭ ਤੋਂ ਪਹਿਲਾਂ ਇਨੀਸ਼ੀਏਟ ਕਰਾਂਗੇ ਪਲਾਂਟੇਸ਼ਨ ਪ੍ਰੋਜੈਕਟ। ਉਸ ਲਈ ਅਸੀਂ ਤੁਹਾਡੇ ਪਿੰਡ ਵਿੱਚ ਜਾ ਕੇ ਸਰਵੇ ਕਰਕੇ ਕਿੱਥੇ ਕਿੱਥੇ ਬੂਟੇ ਲੱਗਣ ਵਾਲੇ ਤੁਹਾਡੇ ਪਿੰਡ ਵਿੱਚ, ਇੱਕ ਸਾਡਾ ਕਨਸੈਪਟ ਆ ਮਿੰਨੀ ਜੰਗਲ ਲਗਾਉਣ ਦਾ, ਉਹ ਕਨਸੈਪਟ ਅਸੀਂ ਤੁਹਾਡੇ ਪਿੰਡ 2 ਕਨਾਲ ਤੋਂ ਲੈ ਕੇ ਜਾਂ 1 ਕਨਾਲ ਤੋਂ ਲੈ ਕੇ 1 ਕਿੱਲੇ ਤੱਕ ਅਸੀਂ ਉਹ ਛੋਟੀਆਂ ਝੜੀਆਂ ਜਿਹੜੀਆਂ ਪੰਜਾਬ ਸਾਡੇ ਰਵਾਇਤੀ ਰੁੱਖ ਸੀ ਜਿਹੜੇ ਖਤਮ ਹੋਏ ਸੀ, ਉਹਨਾਂ ਨੂੰ ਅਸੀਂ ਮੁੜ ਸੁਰਜੀਤ ਕਰਨ ਦਾ ਕੰਮ ਕਰ ਰਹੇ ਹਾਂ। ਤੇ ਬਾਕੀ ਜਿਹੜੀ ਪਿੰਡ ਦੀਆਂ ਫਿਰਨੀਆਂ ਹੋ ਗਈਆਂ ਜਾਂ ਸਾਂਝੀਆਂ ਲੈਂਡਾਂ ਹੋ ਗਈਆਂ, ਉੱਥੇ ਵੀ ਅਸੀਂ ਪ੍ਰੋਜੈਕਟ ਨੂੰ ਆਰਾਮ ਨਾਲ ਅਸੀਂ ਚਲਾ ਸਕਦੇ ਹਾਂ। ਤੇ ਉਸ ਤੋਂ ਬਾਅਦ ਜਦੋਂ ਇਹ ਪਲਾਂਟਿੰਗ ਪ੍ਰੋਜੈਕਟ ਸ਼ੁਰੂ ਹੋ ਕੇ ਸਾਡਾ ਚੰਗੀ ਸਾਂਝ ਬਣ ਜਾਂਦੀ ਹੈ ਪਿੰਡ ਨਾਲ, ਫਿਰ ਨਾਲ ਦੀ ਨਾਲ ਜੇ ਉੱਥੇ ਗਰਾਊਂਡ ਅਵੇਲੇਬਲ ਅਸੀਂ ਫੁੱਟਬਾਲ ਸ਼ੁਰੂ ਕਰਦੇ ਹਾਂ। ਜੇ ਉੱਥੇ ਪੰਚਾਇਤ ਚਾਹੁੰਦੀ ਹੈ ਕਿ ਸਾਡੇ ਪਿੰਡ ਨੂੰ ਬਿਲਕੁਲ ਸਾਫ਼ ਬਣਾ ਦਿਓ, ਤੁਸੀਂ ਹਾਈਜੀਨ ਬਣਾ ਦਿਓ ਪੂਰਾ ਪਿੰਡ ਨੂੰ, ਅਸੀਂ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਵੀ ਨਾਲ ਦੀ ਸ਼ੁਰੂ ਕਰ ਦਿੰਦੇ ਹਾਂ। ਜੇ ਦਰਖਤਾਂ ਦੀ ਗੱਲ ਕਰੀਏ ਰਜਨੀਸ਼, ਕਿਹੜੇ ਦਰਖਤ ਨੇ ਜਿਹੜੇ ਰਵਾਇਤੀ ਦਰਖਤ ਅਸੀਂ ਵੱਢ ਦਿੱਤੇ, ਸੁਹਾਗੇ ਬਣਾ ਲਏ, ਸ਼ਤੀਰੀਆਂ ਬਣਾ ਰਹੀਆਂ, ਖਤਮ ਕਰ ਦਿੱਤੇ, ਸਫੈਦੇ ਨੇ ਪੰਜਾਬ ਉਜਾੜਤਾ, ਪਾਣੀ 20-20 ਫੁੱਟ ਇਕੱਠਾ ਡਿੱਗ ਰਿਹਾ, ਕਿਹੜੇ ਦਰਖਤ ਨੇ ਜਿਹੜੇ ਫਿਰ ਦੁਬਾਰਾ ਆਪਾਂ ਲਾਉਣੇ ਚਾਹੁੰਦੇ ਹਾਂ?
ਦੇਖੋ ਮੈਂ ਦੱਸਣਾ ਚਾਹਾਂਗੇ ਇੱਥੇ ਕਿ ਇਸ ਜਿਹੜੇ ਪ੍ਰੋਜੈਕਟ ਨੇਟਿਵ ਟਰੀਜ਼ ਹੈਗੇ, ਸਭ ਤੋਂ ਪਹਿਲਾਂ ਅਸੀਂ ਸਾਡੇ ਪੰਜਾਬ ਵਿੱਚ 2 ਨਰਸਰੀ ਹੈਗੇ, ਇੱਕ ਤਾਂ ਲੰਗ ਪਿੰਡ ਆ ਪਟਿਆਲੇ, ਇੱਕ ਸਾਡੀ ਗਰਜਿਆਣਾ ਪਿੰਡ ਮੋਗੇ ਜ਼ਿਲ੍ਹੇ 'ਚ ਜੀ। ਉੱਥੇ ਅਸੀਂ ਸਾਰੇ ਜਿਵੇਂ ਪੰਜਾਬ ਦੇ ਰਵਾਇਤੀ ਰੁੱਖਾਂ ਦੀ ਗੱਲ ਕੀਤੀ, ਸਾਡੇ ਪੁਰਾਤਨ ਰੁੱਖ ਵਣ ਸੀਗੇ, ਸਾਡੇ ਪੀਲੂ ਸੀਗੇ, ਸਾਡੇ ਰੇੜੂ ਸੀਗੇ, ਕਿੱਕਰਾਂ ਸੀਗੀਆਂ, ਪਲਾਈਆਂ, ਜੰਡ, ਫਰਮਾ, ਸਾਡੇ ਤੂਤ, ਬਰਨੇ, ਇਹ ਸਾਡੇ ਜਿਹੜੇ ਰੁੱਖ ਸੀ ਸਾਡੇ ਪੰਜਾਬ 'ਚ ਹੌਲੀ ਹੌਲੀ ਕਰਕੇ ਜਿਉਂ ਸਾਡੀ ਡਿਵੈਲਪਮੈਂਟ ਹੋਈ ਤੇ ਜਿਉਂ ਹਰੀ ਕ੍ਰਾਂਤੀ ਤੋਂ ਬਾਅਦ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਸਾਂਝੀਆਂ ਲੈਂਡ ਸੀ ਉਹਨੂੰ ਅਸੀਂ ਖੇਤੀ 'ਚ ਲਿਆਂਦਾ, ਤਾਂ ਉੱਥੋਂ ਸਾਰੇ ਲੋਕ ਇਹ ਝੜੀਆਂ ਸਾਰੀਆਂ ਵੱਢੀਆਂ ਗਈਆਂ ਤੇ ਉਸ ਨਾਲ ਸਾਡੇ ਪੰਜਾਬ ਦਾ ਜਿਹੜਾ ਹੁਣ ਕਰੰਟਲੀ ਸਿਚੁਏਸ਼ਨ ਇਹ ਹਾਲਤ ਹੈ ਵੀ ਸਾਡੇ 3.65% ਜੰਗਲ ਬਚਿਆ ਹੈਗਾ। ਤਾਂ ਇਹ ਕੰਡੀਸ਼ਨ ਹੈ ਕਿ ਇਸ ਨੂੰ ਸਰਦੀਪ ਕਰਨ ਦੀ ਅਸੀਂ ਬਹੁਤ ਕੋਸ਼ਿਸ਼ ਚੱਲ ਰਹੀ, 2018 'ਚ ਕੋਸ਼ਿਸ਼ ਕਰਦੇ ਆ ਰਹੇ, 2019 'ਚ ਪ੍ਰੋਜੈਕਟ ਬਣੇ ਤੇ ਹੁਣ ਅਸੀਂ ਪੰਜਾਬ ਵਿੱਚ ਲਗਾਤਾਰ ਇਹ ਝਿੜੀਆਂ ਨੂੰ ਮੁੜ ਸਰਦੀਪ ਪਿੰਡ ਵਿੱਚ ਲੱਗੇ ਹੋਏ ਕਰਨ। ਰਮਨ, ਸਾਰੀਆਂ ਚੀਜ਼ਾਂ ਓਬਵੀਅਸਲੀ ਤੁਸੀਂ ਆਰਗੇਨਾਈਜੇਸ਼ਨ ਸ਼ੁਰੂ ਕਰ ਦਿੱਤੀ ਜਿਸ ਤਰ੍ਹਾਂ ਤੁਸੀਂ ਦੱਸਿਆ ਸਨੀ ਸਿੰਘ ਹੋਰਾਂ ਨੇ, ਪਰ ਇਸ ਨੂੰ ਫੰਡਸ ਬਹੁਤ ਚਾਹੀਦੇ ਨੇ, 12,000 ਪਿੰਡ ਤੱਕ ਪਹੁੰਚਣਾ ਹੈ। ਜਦ ਕੋਈ ਪਿੰਡ ਅਡਾਪਟ ਕਰਨ ਦੀ ਗੱਲ ਕਰਦਾ ਹੈ, ਤੁਹਾਨੂੰ ਕੰਟੈਕਟ ਕਰਦਾ ਜੀ, ਉਹਦਾ ਪ੍ਰੋਸੈਸ ਕੀ ਹੈ, ਖਰਚਾ ਕਿੰਨਾ ਕੁ ਹੈ, ਕਿਸ ਤਰ੍ਹਾਂ ਹੁੰਦਾ ਜੀ ਉਹ? ਹਾਂਜੀ ਹਰਜੀਤ ਜੀ, ਸੋ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਜਿਹੜੇ ਇੰਪੈਕਟ ਵਰਕ ਜਿਹੜਾ ਪੰਜਾਬ 'ਚ ਚੱਲ ਰਿਹਾ ਵਾ ਉਹਦੇ ਲਈ ਫੰਡਸ ਆਫ ਕੋਰਸ ਬਹੁਤ ਜ਼ਰੂਰੀ ਹੋਣਗੇ। ਜਿਹੜੀ ਫਾਊਂਡੇਸ਼ਨ ਹੈਗੀ ਆ, ਜਿਹੜਾ ਫਾਊਂਡਰ ਹੈਗਾ ਉਹ ਬੇਸਿਕਲੀ ਰੈਡੀ ਹੈਗਾ ਵੀ ਕੋਈ ਵੀ ਜਿਹੜੀ ਆਪਰੇਸ਼ਨਲ ਕਾਸਟ ਆ, ਕੋਈ ਵੀ ਹੈਡ ਕਾਊਂਟ ਆ, ਕੋਈ ਵੀ ਲੋਕਾਂ ਦੀ ਸੈਲਰੀ, ਉਹ ਐਸੀ ਕਵਰ ਕਰਾਂਗੇ। ਪਰ ਜਿਹੜੇ ਪ੍ਰੋਗਰਾਮਸ ਲਾਂਚ ਹੋ ਰਹੇ ਨੇ ਪਿੰਡਾਂ 'ਚ, ਅਸੀਂ ਚਾਹੁੰਦੇ ਹਾਂ ਵੀ ਲੋਕਾਂ ਨੂੰ ਮੌਕਾ ਮਿਲੇ ਵੀ ਆਪਣੇ ਪਿੰਡਾਂ ਨੂੰ ਉਹ ਸਪਾਂਸਰ ਕਰਨ ਤੇ ਉਹਦੇ 'ਚ ਫਿਰ ਉਹ ਜਿਹੜੀ ਕੋਈ ਵੀ ਸਪਾਂਸਰ ਕਰੂਗਾ ਆਪਣਾ ਪ੍ਰੋਗਰਾਮ, ਉਹ ਪੂਰਾ ਪ੍ਰੋਗਰਾਮ 100% ਜਿਹੜੀ ਡੋਨੇਸ਼ਨ ਆ ਉਹ ਪ੍ਰੋਗਰਾਮ ਤੇ ਜਾਂਦੀ ਆ, ਜਿਹੜੀ ਲਾਂਚ ਕਰਨ ਲਈ, ਸੈਟਅਪ ਕਰਨ ਲਈ। ਤੇ ਜੇ ਆਪਾਂ ਵੇਸਟ ਮੈਨੇਜਮੈਂਟ ਪ੍ਰੋਗਰਾਮ ਜੇ ਆਪਾਂ ਇੱਕ ਐਗਜ਼ਾਮਪਲ ਲਈਏ, ਜਿਹੜੇ ਅਸੀਂ ਹੁਣ ਕਰ ਰਹੇ ਹਾਂ, ਉਹ 75 ਵਿਲੇजेस ਆਲਰੇਡੀ ਐਕਟਿਵ ਹੈਗਾ ਵਾ। ਤੇ ਉਹ ਇਹ ਸਾਰੇ ਜਿਹੜੇ ਪ੍ਰੋਗਰਾਮ ਅਸੀਂ ਕਰ ਰਹੇ ਹਾਂ, ਇਹ ਓਬਵੀਅਸਲੀ ਜਿਸ ਤਰ੍ਹਾਂ ਅਸੀਂ ਕਿਹਾ ਵੀ ਪੰਜਾਬ ਦੀ ਡਿਵੈਲਪਮੈਂਟ ਤੇ ਪ੍ਰੋਗਰੈਸ਼ਨ ਤੇ ਚੱਲ ਰਹੇ ਨੇ, ਉਹਦੇ ਕਰਕੇ ਅਸੀਂ ਐਕਚੁਅਲੀ ਟੂ ਮੇਕ ਵੱਡਾ ਇੰਪੈਕਟ ਕਰਨ ਲਈ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਕੰਮ ਕਰਦੇ ਹਾਂ। ਤੇ ਜਿਹੜੇ ਵੇਸਟ ਮੈਨੇਜਮੈਂਟ ਪ੍ਰੋਗਰਾਮ ਚੱਲ ਰਹੇ ਆ, ਉਹ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ, ਉਹ ਸਾਨੂੰ 75% ਸਬਸਿਡੀ ਦਿੰਦੀ ਆ। ਕੋਈ ਉਹਦੇ ਚ ਮਨੀ ਐਕਸਚੇਂਜ ਨਹੀਂ ਹੋ ਰਹੀ, ਉਹ ਸਿੰਪਲੀ ਸਾਨੂੰ ਲੇਬਰ ਤੇ ਮਟੀਰੀਅਲ ਦੇ ਰਹੀ ਆ ਟੂ ਬਿਲਡ ਦ ਕੰਪੋਸਟ ਪਿਟਸ ਇਨ ਪੰਜਾਬ ਇਨ ਵਿਲੇजेस। ਤੇ ਉਹਦੇ ਚ ਜਿਸ ਤਰ੍ਹਾਂ ਦੇਖੋ ਹੁਣ ਜੇ ਮੈਂ ਆਪਣੇ ਵਿਲੇਜ ਚ ਇਹ ਸਪਾਂਸਰ ਕਰ ਰਹੀ ਹਾਂ ਪ੍ਰੋਗਰਾਮ ਵੇਸਟ ਮੈਨੇਜਮੈਂਟ, ਤੇ ਉਹਦੇ ਚ ਅਸੀਂ ਪ੍ਰੋਸੈਸ ਇਹ ਹੈਗਾ ਵੀ ਟੋਟਲ ਕਾਸਟ ਹੈਗੀ ਆ $7,000, ਪਰ ਡਿਸਟ੍ਰਿਕਟ ਗਵਰਨਮੈਂਟ ਉਹ ਤਾਂ ਸਾਨੂੰ ਸਬਸਿਡੀ ਦਿੰਦੀ ਆ ਲੇਬਰ ਤੇ ਮਟੀਰੀਅਲ 5,000 ਦੇ, ਸੋ 2,000 ਰਹਿ ਗਿਆ। ਉਹਦੇ ਚ ਅਸੀਂ ਕਹਿ ਰਹੇ ਹਾਂ ਵੀ ਕੋਈ ਵੀ ਆਪਣਾ ਵਿਲੇਜ ਸਪਾਂਸਰ ਕਰ ਸਕਦਾ 1,000 ਚ, ਕਿਉਂਕਿ ਦੂਜਾ ਰਿਮੇਨਿੰਗ 1,000 ਅਸੀਂ ਮੈਚ ਕਰਾਂਗੇ ਫਰਮ ਦ ਫਾਊਂਡੇਸ਼ਨ। ਅੱਛਾ, ਤੇ ਇਹ ਸਾਰੀ ਸੈਟਅਪ ਕਾਸਟ ਆ, ਕੋਈ ਐਡਮਿਨਿਸਟ੍ਰੇਸ਼ਨ ਇਹਦੇ ਚ ਕਾਸਟ ਨਹੀਂ ਹੈਗੀ। ਇਹ ਕਾਸਟ ਬੇਸਿਕਲੀ ਹੈਗੀ ਆ ਜਿਹੜੀ ਅਸੀਂ ਕੰਪੋਸਟਿੰਗ ਪਿਟ ਉੱਥੇ ਬਣਾਉਣੇ ਆ, ਵਿਲੇਜ ਰੀਸਾਈਕਲਿੰਗ ਫੈਸਿਲਿਟੀ ਜਿਹੜੀ ਅਸੀਂ ਬਣਾਉਣੇ ਆ, ਤੇ ਜਿਹੜੇ ਅਸੀਂ ਬਿਨਸ ਅਸੀਂ ਸਾਰੇ ਹਾਊਸ ਹੋਲਡ ਨੂੰ ਅਸੀਂ ਬਿਨਸ ਡਿਸਟਰੀਬਿਊਟ ਕਰਦੇ ਹਾਂ, ਤੇ ਉਹਦੇ ਨਾਲ ਅਸੀਂ ਇੱਕ ਵੇਸਟ ਕਲੈਕਟਰ ਹਾਇਰ ਕਰਦੇ ਹਾਂ ਜਿਹਨੂੰ ਟ੍ਰਾਈਸਾਈਕਲ ਚਾਹੀਦਾ, ਇਕਵਿਪਮੈਂਟ ਚਾਹੀਦੀ ਆ, ਜਿਹੜੀ ਐਵਰੀ ਡੇ ਉਹ ਵੇਸਟ ਕਲੈਕਟ ਕਰੀ ਆ। ਤੇ ਇਹ ਸਾਰੇ ਇਨ ਕੋਲੈਬੋਰੇਸ਼ਨ ਵਿਲੇਜ ਪੰਚਾਇਤ ਨਾਲ ਹੋ ਰਹੀ ਆ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਹੋ ਰਹੀ ਆ। ਸੋ ਐਵੇਂ ਪ੍ਰੋਗਰਾਮ ਬਣ ਰਹੇ ਨੇ ਕਿ ਐਵੇਂ ਨਹੀਂ ਹੈਗਾ ਵੀ ਆਪਾਂ ਸਟਾਰਟ ਕੀਤਾ ਤੇ ਫਿਰ 10 ਦਿਨ ਬਾਅਦ ਚੱਲਿਆ ਨਹੀਂ, ਵੀ ਇਹ ਪ੍ਰੋਗਰਾਮ ਚੱਲਣਗੇ 10 ਸਾਲ 20 ਸਾਲ 30 ਸਾਲ, ਕਿਉਂਕਿ ਇਹ ਜਿਹੜੇ ਪਿੰਡਾਂ ਆਪਣੇ ਜਿਹੜੇ ਵਿਲੇਜ ਰੈਜ਼ੀਡੈਂਟ ਨੇ, ਲੋਕ ਨੇ, ਉਹ ਖੜੇ ਹੋ ਰਹੇ ਨੇ ਇਹ ਪ੍ਰੋਗਰਾਮਸ ਲਈ। ਰਜਨੀਸ਼, ਧਰਾਤਲ ਪੱਧਰ ਤੇ ਜਦ ਪਹੁੰਚਦੇ ਹੋ ਪਿੰਡਾਂ ਦੇ ਵਿੱਚ, ਮੁਸ਼ਕਲਾਂ ਕਿਹੜੀਆਂ ਆ ਰਹੀਆਂ ਨੇ? ਦੇਖੋ ਵੇਸਟ ਮੈਨੇਜਮੈਂਟ ਦਾ ਦੱਸਿਆ ਰਮਨ ਉਹਨਾਂ ਨੇ ਵੀ ਜੇ ਕਿਸੇ ਨੇ ਕਰਾਉਣਾ, ਫੈਸਿਲਿਟੀ ਬਣਾਉਣੀ ਆ, ਬਹੁਤ ਕੰਮ ਆ ਉਹ। ਘਰ ਦੇ ਪਿੰਡ ਦੇ ਵਿੱਚ ਕੂੜਾਦਾਨ ਰੱਖਣਾ, ਫਿਰ ਉਹ ਕੂੜਾ ਲੈ ਕੇ ਜਾਣਾ, ਉਹ ਬਹੁਤ ਵੱਡੀ, ਖੈਰ ਕੋਈ ਸਮਾਂ ਸੀ ਜਦ ਆਪਾਂ ਵੱਡੇ ਹੋਏ ਪੰਜਾਬ 'ਚ 20-25 ਵਰ੍ਹੇ ਪਹਿਲਾਂ, ਤਾਂ ਕੂੜੇ ਘਰ ਦਾ ਬਹੁਤ ਘੱਟ ਕੂੜਾ ਹੁੰਦਾ, ਮਿੱਟੀ ਕੱਚੇ ਘਰ ਹੁੰਦੇ, ਤੇ ਜਦ ਗੋਹਾ ਕੂੜਾ ਕਰਦੇ ਤਾਂ ਉਹ ਨਾਲ ਹੀ ਰੂੜੀ ਤੇ ਚਲੇ ਜਾਂਦਾ, ਰੂੜੀ ਤੋਂ ਖੇਤਾਂ ਚਲੇ ਜਾਂਦਾ, ਬਹੁਤ ਸਿਸਟਮ ਸੀ ਵਧੀਆ। ਹੁਣ ਪੱਕੇ ਕੋਠੀਆਂ ਤੇ ਪੱਕੇ ਮੱਝਾਂ ਗਾਵਾਂ ਵੀ ਪਿੰਡਾਂ 'ਚੋਂ ਖਤਮ ਹੋ ਰਹੀਆਂ ਨੇ, ਮੁੱਲ ਦੇ ਦੁੱਧ ਹੋ ਗਏ, ਬਹੁਤ ਜ਼ਿਆਦਾ ਵੈਸਟਰਨਾਈਜ਼ ਸਿਸਟਮ ਹੋਇਆ।
ਇਉਂ ਦੱਸਿਓ ਵੀ ਜਿਹੜਾ ਤੁਸੀਂ ਗ੍ਰੀਨ ਇਨੀਸ਼ੀਏਟਿਵ ਹੈ, ਗ੍ਰੀਨ ਮਿਸ਼ਨ ਆ, ਜਿਹਦੇ 'ਚ ਦਰਖਤ ਲਾਉਣੇ ਨੇ, ਜਿਹੜਾ ਸਭ ਤੋਂ ਪਹਿਲਾ ਕੰਮ ਮੇਰੇ ਦਿਮਾਗ 'ਚ ਆਉਂਦਾ ਵੀ ਮੈਂ ਆਪਣੇ ਪਿੰਡ 'ਚ ਦਰਖਤ ਲਵਾਵਾਂ, ਉਹਦੇ ਤੇ ਕਿੰਨਾ ਖਰਚ ਆਉਂਦਾ ਜੇ ਪਿੰਡ ਕਿਸੇ ਨੇ ਅਡਾਪਟ ਕਰਨਾ ਹੋਵੇ? ਬਈ ਮੰਨ ਲਓ ਏਰੀਆ 1000 ਦੇ ਕਰੀਬ ਆਪਾਂ ਦਰਖਤ ਲਾਉਣੇ ਨੇ ਮਤਲਬ ਪਿੰਡ ਦੇ ਆਲੇ ਦੁਆਲੇ, ਉਹਨੂੰ ਕਿਵੇਂ ਤੁਸੀਂ ਕੈਲਕੂਲੇਟ ਕਰੋਗੇ? ਦੇਖੋ ਜੀ, ਇਸ ਤਰ੍ਹਾਂ ਹੈਗਾ, ਇਹ ਜਿਹੜਾ ਪ੍ਰੋਜੈਕਟ ਡਿਜ਼ਾਈਨ ਕੀਤਾ, ਬੜੇ ਟੈਕਨੀਕਲ ਤਰੀਕੇ ਨਾਲ ਡਿਜ਼ਾਈਨ ਕੀਤਾ। ਇਹਦੇ ਵਿੱਚ ਸਾਡੀ ਪ੍ਰੋਜੈਕਟ ਜਿਹੜਾ ਪਲਾਂਟਿੰਗ ਪ੍ਰੋਜੈਕਟ ਵਿੱਚ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਸਾਡੀ ਪੂਰੀ ਸਾਂਝ ਹੈਗੀ ਆ। ਇਹਦੇ ਵਿੱਚ ਦੇਖੋ, ਆਪਾਂ ਜੇ ਮੰਨ ਲਓ ਤੁਸੀਂ ਕਹਿੰਦੇ ਵੀ ਮੈਂ ਆਪਣੇ ਪਿੰਡ ਵਿੱਚ ਪਿੰਡ ਵਿੱਚ ਅਸੀਂ ਮੈਂ ਪਲਾਂਟਿੰਗ ਕਰਵਾਉਣੀ ਆ, ਮੰਨ ਲਓ ਤੁਸੀਂ 2 ਕਨਾਲ ਸਾਨੂੰ ਜਗ੍ਹਾ ਦਿੱਤੀ ਨਾਨਕ ਬਾਗ, ਨਾਨਕ ਝਿੜੀ ਲਾਉਣ ਵਾਸਤੇ, ਨਾਨਕ ਬਗੀਚੀ ਲਾਉਣ ਵਾਸਤੇ। ਉਸ ਸਾਈਟ ਦੀ ਪਹਿਲਾਂ ਸਾਈਟ ਕਲੀਅਰੈਂਸ ਹੁੰਦੀ ਆ, ਜਿਹੜੀ ਕਿ ਅਸੀਂ ਗਵਰਨਮੈਂਟ ਨਾਲ ਮਿਲ ਕੇ ਮਨਰੇਗਾ ਸਕੀਮ ਅੰਡਰ ਕਰਾਉਂਦੇ ਹਾਂ। ਉਸ ਤੋਂ ਬਾਅਦ ਸਾਈਟ ਕਲੀਅਰੈਂਸ ਤੋਂ ਬਾਅਦ ਉੱਤੇ ਪਿਟ ਡਿਗਿੰਗ ਹੁੰਦੀ ਹੈ, ਮਤਲਬ ਖੱਡੇ ਖੋਦੇ ਜਾਂਦੇ ਆ ਪੌਦੇ ਲਾਉਣ ਵਾਸਤੇ, ਉਹ ਵੀ ਸਾਡੀ ਮਨਰੇਗਾ ਸਕੀਮ ਗਵਰਨਮੈਂਟ ਸਾਨੂੰ ਸਬਸਿਡੀ ਦਿੰਦੀ ਹੈ। ਉਸ ਤੋਂ ਬਾਅਦ ਜਿਹੜੀ ਪਲਾਂਟਸ ਦੀ ਰਵਾਇਤੀ ਰੁੱਖ ਜਿਹੜੇ ਉਹ ਝਿੜੀਆਂ 'ਚ ਲੱਗਣੇ ਆ, ਪੁਰਾਤਨ ਰੁੱਖ, ਉਹ ਸਾਡੀਆਂ ਨਰਸਰੀਆਂ ਅਸੀਂ ਫ੍ਰੀ ਆਫ ਕਾਸਟ ਤੋਂ ਅਸੀਂ ਪਹਿਲਾਂ ਤਿਆਰ ਕਰਦੇ ਹਾਂ ਉਹਨਾਂ ਨੂੰ ਆਪਣੀ ਨਰਸਰੀਆਂ 'ਚ। ਉਸ ਤੋਂ ਬਾਅਦ ਅਸੀਂ ਇਹ ਪ੍ਰੋਜੈਕਟ ਰਾਹੀਂ ਟਰਾਂਸਪੋਰਟੇਸ਼ਨ ਫੈਸਿਲਿਟੀ ਜਿਹੜੀ ਹੈਗੀ ਆ ਪਿੰਡਾਂ ਨੂੰ, ਉਹ ਫ੍ਰੀ ਆਫ ਕਾਸਟ ਪ੍ਰੋਵਾਈਡ ਕਰ ਰਹੇ ਕਰੰਟਲੀ। ਤੇ ਨਾਲ ਹੀ ਜਿਹੜੀ ਲਾਉਣ ਦੀ ਝਿੜੀ ਨੂੰ ਲਾਉਣ ਦੀ ਟੈਕਨੀਕ ਹੈਗੀ, ਕਿਸ ਤਰ੍ਹਾਂ ਡਾਇਰੈਕਸ਼ਨ ਵਾਈਜ਼ ਲੱਗਣੀਆਂ, ਉਹ ਵੀ ਅਸੀਂ ਪੰਜਾਬ ਦੇ ਜਿਹੜੇ ਪਿੰਡਾਂ ਦੇ ਵਿੱਚ ਉਹ ਫ੍ਰੀ ਸੇਵਾ ਨਿਭਾ ਰਹੇ ਜੀ। ਉਸ ਤੋਂ ਬਾਅਦ ਜਿਹੜੇ ਵੀ ਮੇਨਟੇਨੈਂਸ ਪਾਰਟ, ਜਿਹੜੀ ਕਿ ਬਹੁਤ ਇੰਪੋਰਟੈਂਟ ਪਾਰਟ ਹੈਗਾ, ਉਹਦੇ ਵਾਸਤੇ ਪਰ 200 ਬੂਟੇ ਪਿੱਛੇ ਅਸੀਂ ਵਨ ਮਿੱਤਰ ਇੱਕ ਵਨ ਮਿੱਤਰ ਰੱਖਿਆ ਨਾ, ਉਹ ਵੀ ਗਵਰਨਮੈਂਟ ਦੀ ਸਬਸਿਡੀ ਦੇ ਵਿੱਚ ਆਉਂਦਾ, ਮਨਰੇਗਾ ਸਕੀਮ ਅੰਡਰ ਕਰਦੇ ਆ। ਉਸ ਤੋਂ ਬਾਅਦ ਜਿਹੜਾ ਹੈਗਾ ਉਹਦੀ ਮੋਨੀਟਰਿੰਗ ਪਾਰਟ ਜਿਵੇਂ ਹੈਗੀ, ਉਹਦੇ ਡਾਟਾ ਰਿਕਾਰਡਿੰਗ ਪਾਰਟ, ਉਹ ਸਾਡੀ ਫਾਊਂਡੇਸ਼ਨ ਦੇ ਹਫ਼ਤੇ ਬਾਅਦ ਪੰਚਾਇਤ ਨੂੰ ਕਾਲ ਜਾਂਦੇ ਕਿ ਬੂਟਿਆਂ ਦਾ ਕੀ ਹਾਲ ਚਾਲ ਆ। ਉਹਦੀ ਹਰ 3 ਮਹੀਨੇ ਬਾਅਦ ਉਸ ਸਾਈਟ ਦਾ ਸਰਵੇ ਹੁੰਦਾ, ਉਹਦੀ ਫੋਟੋਗ੍ਰਾਫੀ ਹੁੰਦੀ ਵੀ ਹੁਣ ਪਲਾਂਟ ਦੀ ਗਰੋਥ ਕਿਵੇਂ ਹੋ ਗਈ ਆ, ਤੇ ਉਹਦਾ ਡਾਟਾ ਰਿਕਾਰਡ ਹੁੰਦਾ। ਜੇ ਕੋਈ ਪੌਦਾ 3 ਮਹੀਨਿਆਂ ਬਾਅਦ ਮਰਦਾ ਹੈ ਤਾਂ ਉਹਦੀ ਨਾਲ ਦੀ ਨਾਲ ਰਿਪਲੇਸਮੈਂਟ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਕੇ ਪ੍ਰੋਜੈਕਟ ਨੂੰ ਬਹੁਤ ਬਿਊਟੀਫੁਲੀ ਡਿਜ਼ਾਈਨ ਕੀਤਾ ਹੋਇਆ। ਤੇ ਮਤਲਬ ਝਿੜੀਓ ਲਾਉਣੀ ਹੈ ਇਕੱਠੀ, ਜਾਂ ਪਿੰਡ ਦੇ ਵਿੱਚ ਅਲੱਗ-ਅਲੱਗ ਹਿੱਸੇ 'ਚ ਨਹੀਂ ਲਾ ਸਕਦੇ, ਇਕੱਠੇ ਲਾਉਣਾ ਚਾਹੁੰਦੇ ਹੋ ਤੁਸੀਂ ਇਹ ਪ੍ਰੋਜੈਕਟ? ਨਹੀਂ, ਦੇਖੋ ਇੱਕ ਤਾਂ ਅਸੀਂ ਚਾਹੁੰਦੇ ਵੀ ਹਰ ਪਿੰਡ ਵਿੱਚ ਸਾਡੀ ਪੁਰਾਤਨ ਝਿੜੀ ਹੋਵੇ। ਬਿਲਕੁਲ। ਉਸ ਤੋਂ ਬਾਅਦ ਪਿੰਡ ਵਿੱਚ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਸਾਈਟਾਂ, ਜਿਵੇਂ ਕਿ ਸਾਡਾ ਸ਼ਮਸ਼ਾਨ ਘਾਟ ਹੋ ਗਏ, ਸਾਡੇ ਵਾਟਰ ਵਰਕਸ ਹੋ ਗਏ, ਸਾਡੇ ਫਿਰਨੀਆਂ ਪਿੰਡ ਦੀਆਂ ਹੋ ਗਏ, ਸਾਡੀਆਂ ਪਿੰਡ ਦੀਆਂ ਐਂਟਰੀਆਂ ਹੋ ਗਈਆਂ, ਉਹ ਅਸੀਂ ਜਿਹੜੀਆਂ ਜਦੋਂ ਇਹ ਨਾਨਕ ਬਗੀਚੇ ਲਾਉਂਦੇ ਨਾਲ ਨਾਲ ਇਹ ਵੀ ਜੇ ਪਲਾਂਟ ਪਿੰਡ ਨੂੰ ਰਿਕੁਆਇਰਮੈਂਟ ਆ, ਜੇ ਉਹ ਵੀ ਅਸੀਂ ਨਾਲ ਦੇ ਨਾਲ ਇਹ ਸੇਵਾ ਵੀ ਨਿਭਾਉਂਦੇ ਜੀ। ਅੱਛਾ ਰਜਨੀਸ਼, ਬਹੁਤ ਪੜ੍ਹਾਈ ਕਰਕੇ, ਡਾਕਟਰੇਟ ਕਰਕੇ ਇੱਧਰ ਜੁੜਨ ਦਾ ਮਤਲਬ ਇਹ ਫੁੱਲ ਟਾਈਮ ਇਹੀ ਕੰਮ ਹੈ ਜਾਂ ਇਸ ਨੂੰ ਵਲੰਟੀਅਰ ਕਰਦੇ ਹੋ ਤੁਸੀਂ? ਦੇਖੋ ਜੀ, ਮੈਂ ਇਸ ਫਾਊਂਡੇਸ਼ਨ 'ਚ ਪੂਰਾ ਫੁੱਲ ਟਾਈਮ ਜੌਬ ਕਰਦਾ। ਦੇਖੋ, ਮੇਰਾ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਬਹੁਤ ਜੁਆਇਨ ਕਰਨ ਤੋਂ ਪਹਿਲਾਂ ਬਹੁਤ ਸਾਰੀ ਅਸੀਂ ਇਨਵਾਇਰਨਮੈਂਟ ਤੇ ਕੰਮ ਕੀਤਾ ਅਪਰ ਕੈਂਪਸ ਦੇ ਵਿੱਚੋਂ। ਅੱਛਾ। ਤਾਂ ਪਰ ਹੁਣ ਜਿਹੜਾ ਇਸ ਫਾਊਂਡੇਸ਼ਨ ਜੁੜਨ ਤੋਂ ਮੈਂ ਆਪਣਾ ਜਿਹੜਾ ਸਾਰਾ ਡੈਡੀਕੇਸ਼ਨ ਆ ਇਸ ਪੰਜਾਬ ਦੀ ਸੇਵਾ ਵਿੱਚ ਨਿਭਾ ਰਿਹਾ ਜੀ। ਇਹ ਫਾਊਂਡੇਸ਼ਨ ਜੌਬ ਕਰਦੇ ਇਸ ਟੈਕਨੀਕਲ ਤਰੀਕੇ ਨਾਲ ਪਲਾਂਟ ਪੰਜਾਬ ਵਿੱਚ ਪਲਾਂਟਿੰਗ ਕਰਵਾ ਰਹੇ। ਤੇ ਕੋਈ ਕਿਉਂਕਿ ਸਾਰੇ ਖਿੱਤੇ ਦੇ ਲੋਕ ਦੇ ਸਾਰੇ ਬਹੁਤ ਵੱਡਾ ਏਰੀਆ ਲੋਅਰ ਮੇਨਲੈਂਡ 'ਚ 2 ਲੱਖ ਦੇ ਕਰੀਬ ਅਸੀਂ ਪੰਜਾਬੀ ਵਸਦੇ ਹਾਂ। ਹੋਰ ਵੀ ਆਨਲਾਈਨ ਪ੍ਰੋਗਰਾਮ ਸੁਣ ਰਹੇ ਨੇ, ਬਾਅਦ 'ਚ ਵੀ ਸੁਣ ਲੈਣਗੇ। ਕੁਛ ਹੈ ਮਾਡਲ ਕਿਸੇ ਏਰੀਏ ਦਾ ਵੀ, ਕੋਈ ਜਾ ਕੇ ਵੇਲੇ ਵੀ ਫਲਾਣੇ ਪਿੰਡ ਆ ਦੇਖ ਕੇ ਆਇਓ ਅਸੀਂ ਇਹ ਕੰਮ ਕੀਤਾ, ਕੋਈ ਦੱਸ ਸਕਦੇ ਹੋ ਕੁਛ ਏਰੀਆ? ਹਾਂਜੀ, ਬਹੁਤ ਸਾਰੇ ਪਿੰਡ ਹੈਗੇ। ਜਿਵੇਂ ਪਟਿਆਲੇ ਦੀ ਗੱਲ ਕਰੀਏ, ਸਾਡਾ ਲੰਗ ਪਿੰਡ ਹੈਗਾ, ਸਾਡਾ ਲੌਂਗਲਾ ਪਿੰਡ ਹੈਗਾ। ਉਦੋਂ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਆਪਾਂ, ਵਧੋਸ਼ੀ ਕਲਾ ਪਿੰਡ ਵਿੱਚ ਜੰਗਲ ਲਾ ਚੁੱਕੇ ਹਾਂ। ਔਰ ਬਹੁਤ ਸਾਰੇ ਪਿੰਡ ਹੈਗੇ। ਫਿਰ ਇਸ ਤਰ੍ਹਾਂ ਕਰਕੇ ਜਿਹੜੇ ਪਿੰਡਾਂ 'ਚ ਲਗਾਤਾਰ ਸਾਡਾ ਸੰਗਰੂਰ ਜ਼ਿਲ੍ਹੇ ਵਿੱਚ ਬਹੁਤ ਸਾਰੇ ਪਿੰਡ ਹੈਗੇ, ਜਿਵੇਂ ਅਸੀਂ ਬਟਰੂਖਾ ਪਿੰਡ ਹੈਗਾ, ਉਹ ਪਿੰਡ 'ਚ ਵੀ ਜਾ ਕੇ ਦੇਖ ਸਕਦੇ ਹਾਂ। ਕਾਫੀ ਸਾਡੀ ਪਿੰਡਾਂ ਦੇ ਵਿੱਚ ਜਿਹੜੀਆਂ ਝਿੜੀਆਂ ਜਾਂ ਬੂਟੇ ਲੱਗੇ ਹੋਏ, ਆਪਾਂ ਕਿਸੇ ਵੀ ਟਾਈਮ ਤੁਸੀਂ ਪੰਜਾਬੀ ਬੰਦੇ ਉੱਥੇ ਜਾ ਕੇ ਆਪਣਾ ਵੈਬਸਾਈਟ ਤੇ ਜਾਣਕਾਰੀ ਹੋਏਗੀ। ਹਾਂਜੀ ਜੀ। ਰਮਨ, ਕੁਛ ਹੋਰ ਐਡ ਕਰਨਾ ਚਾਹੋ ਅਖੀਰ ਦੇ ਵਿੱਚ ਜੀ ਇਸ ਨੂੰ, ਤੇ ਕਿਉਂ ਫਿਰ ਇਸ ਨੂੰ ਆਪਾਂ ਵੀਕਲੀ ਜਾਂ ਬਾਈ ਵੀਕਲੀ ਸੈਗਮੈਂਟ ਇਸ ਦਾ ਆਪਾਂ ਸ਼ੁਰੂ ਕਰਾਂਗੇ। ਅੱਜ ਇੱਕ ਇੰਟਰੋਡਕਸ਼ਨ ਦੇ ਤੌਰ ਤੇ ਤੁਹਾਨੂੰ ਮੈਂ ਨਾਲ ਲਿਆ ਇਸ ਪ੍ਰੋਜੈਕਟ ਦੇ ਬਾਰੇ, ਇਹਨਾਂ ਦੇ ਬਾਰੇ ਹੋਰ ਜਾਣਕਾਰੀ ਲੈ ਕੇ, ਹੋਰ ਇਨੀਸ਼ੀਏਟਿਵ ਲੈ ਕੇ, ਕਿਉਂਕਿ ਜਥੇਬੰਦੀ ਇੱਕ ਬਣੀ ਹੋਵੇ, ਵਧੀਆ ਪਾਰਦਰਸ਼ੀ ਹੋਵੇ, ਫਿਰ ਕਾਫਲਾ ਸਾਡਾ ਬਹੁਤ ਵਧੀਆ ਬਣ ਸਕਦਾ। ਅਸੀਂ ਪਿੰਡਾਂ ਦੇ ਵਿੱਚ ਬਹੁਤ ਜਲਦੀ ਪਿੰਡ ਅਡੈਪਟ ਕਰਕੇ, ਰਜਨੀਸ਼ ਹੋਣੀ ਤੇ ਹੋਰ ਉਹਨਾਂ ਦਾ ਗਰੁੱਪ ਉੱਥੇ ਆ ਤੁਹਾਡੀ ਆਰਗੇਨਾਈਜੇਸ਼ਨ ਦੇ ਨਾਲ, ਤੁਸੀਂ ਇੱਥੇ ਹੋ, ਤੇ ਹੋਰ ਆਰਗੇਨਾਈਜੇਸ਼ਨ ਨੂੰ ਜੁਆਇਨ ਵੀ ਕਰਾ ਸਕਦੇ ਆ। ਏਰੀਏ ਦੇ ਵਿੱਚੋਂ ਬੰਦੇ ਨਾਲ ਹੋ ਸਕਦੇ ਨੇ, ਕਾਫਲਾ ਵੱਡਾ ਹੋ ਸਕਦਾ। 12,000 ਪਿੰਡ ਬਹੁਤ ਵੱਡੀ ਗਿਣਤੀ ਹੁੰਦੀ। ਅਖੀਰ ਦੇ ਵਿੱਚ ਕੁਝ ਹੋਰ ਤੁਸੀਂ ਐਡ ਕਰਨਾ ਚਾਹੋ? ਹਾਂਜੀ, ਰਜਨੀਸ਼ ਜੀ ਤੁਸੀਂ ਫਿਨਿਸ਼ ਕਰ ਲਓ। ਹਾਂਜੀ ਜੀ।
ਮੈਂ ਗੱਲ ਕਰਨਾ ਚਾਹੁੰਦਾ ਜੇ ਆਪਾਂ ਨਾ ਅਗਲਾ ਸੈਗਮੈਂਟ ਜਿਵੇਂ ਹੈਗਾ ਕੋਈ ਵੇਸਟ ਮੈਨੇਜਮੈਂਟ ਚ ਕਿਵੇਂ ਆਪਾਂ ਪਿੰਡਾਂ ਦੇ ਵਿੱਚ ਕੀ ਪ੍ਰੋਬਲਮ ਸਾਡੀਆਂ ਹੈਗੀਆਂ ਕਿਵੇਂ ਉਹਨੂੰ ਅਸੀਂ ਹੱਲ ਕਰਦੇ, ਕਿਵੇਂ ਉਹ 'ਚ ਕੰਪੋਸਟਿੰਗ ਫੈਸਿਲਿਟੀ ਬਣਦੀ ਆ, ਕਿਵੇਂ ਆਪਾਂ ਉਹਨੂੰ ਪਿੰਡਾਂ ਨੂੰ ਕੂੜਾ ਮੁਕਤ ਕਰਦੇ, ਕਿਵੇਂ ਉਹਨੂੰ ਸਾਫ਼ ਕਰਦੇ, ਇਹ ਪੂਰਾ ਇੱਕ ਨਾ ਆਪਣਾ 20 ਮਿੰਟ ਦਾ ਆਪਾਂ ਅਗਲਾ ਸੈਗਮੈਂਟ ਚਾਹੇ ਰੱਖ ਲਈਏ। ਫਿਰ ਆਪਾਂ 20 ਮਿੰਟ ਕਿਤੇ ਆਪਾਂ ਪਲਾਂਟਿੰਗ ਦੀ ਵੀ ਰੱਖ ਲਈ ਵੀ ਟੈਕਨੀਕ ਕੀ ਆ, ਕਿਵੇਂ ਸਾਡੇ ਆਪਾਂ ਰੁੱਖਾਂ ਬਾਰੇ ਹੋਰ ਵੀ ਜਾਣਕਾਰੀ ਦੇ ਸਕਦੇ ਹਾਂ ਤੇ ਉਹਨੂੰ ਕਿਵੇਂ ਅਸੀਂ ਪਿੰਡ ਮੂਵ ਕਰਦੇ ਹਾਂ ਤੇ ਕਿਵੇਂ ਅਸੀਂ ਯੂਥ ਕਲੱਬਾਂ ਨਾਲ ਸਪੋਰਟ ਬਣਾ ਰਹੇ, ਕਿਵੇਂ ਅਸੀਂ ਪੰਚਾਇਤਾਂ ਨਾਲ ਮਿਲ ਰਹੇ, ਇਹ ਕਰਕੇ ਆਪਾਂ ਇੱਥੇ ਅਲੱਗ-ਅਲੱਗ 2 ਸੈਗਮੈਂਟ ਹੋਰ ਰੱਖ ਸਕਦੇ ਹਾਂ। ਸ਼ੋਰ ਜੀ। ਰਜਨੀਸ਼ ਜੀ ਧੰਨਵਾਦ, ਬਹੁਤ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਆਪਾਂ ਛੇਤੀ ਮੰਗਲਵਾਰ ਨੂੰ ਮੇਰਾ ਸੈਗਮੈਂਟ ਹੁੰਦਾ ਅੱਜ ਦਾ ਪੰਜਾਬ, ਤੇ ਉਹਦੇ ਤਹਿਤ ਰਾਜਨੀਤਿਕ ਵੀ ਆਉਂਦੇ ਨੇ, ਪੰਜਾਬ ਦੇ ਭਲੇ ਲਈ ਕੰਮ ਕਰਨ ਦੇ ਲਈ ਇਹ ਸੈਗਮੈਂਟ ਹੁੰਦੀ ਹੈ। ਆਪਾਂ ਛੇਤੀ ਅਗਲੇ ਮੰਗਲਵਾਰ ਜਾਂ ਉਸ ਤੋਂ ਅਗਲੇ ਮੰਗਲਵਾਰ ਅਗਲੀ ਸੈਗਮੈਂਟ ਕਰਾਂਗੇ। ਧੰਨਵਾਦ ਤੁਹਾਡਾ। ਰਮਨ, ਤੁਸੀਂ ਅਖੀਰ 'ਚ ਕੁਝ ਗੱਲਬਾਤ ਕਰਨੀ ਚਾਹੋ? ਹਾਂਜੀ ਹਰਜੀਤ ਜੀ, ਮੈਂ ਇਹੀ ਕਹਿਣਾ ਸੀਗਾ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜੇ ਇਹ ਕੰਮ ਜਿਹੜਾ ਚੱਲ ਰਿਹਾ ਪੰਜਾਬ 'ਚ, ਆਪਾਂ ਚਾਹੁੰਦੇ ਹਾਂ ਵੀ ਪੰਜਾਬ ਇੱਕ ਨੰਬਰ 1 ਸੂਬਾ ਸਟੇਟ ਬਣੇ ਇੰਡੀਆ 'ਚ, ਤਾਂ ਉਹ ਇੱਕ ਇਕੱਲਾ ਜਾਣਾ ਨਹੀਂ ਕਰ ਸਕਦਾ। ਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਪਿੰਡ ਆਪਣੇ ਜਿਹੜੇ ਪੰਜਾਬੀ ਲੋਕ ਆਪਾਂ ਜੁੜੀਏ, ਇਕੱਠੇ ਹੋਈਏ, ਆਪਣੇ ਪਿੰਡਾਂ ਲਈ ਆਪਾਂ ਇਕੱਠੇ ਹੋਈਏ। ਤੇ ਕਿਉਂਕਿ ਜੇ ਆਪਾਂ ਛੋਟੇ ਸਟੈਪ ਆਪਾਂ ਲਵਾਂਗੇ 20 ਸਾਲ 'ਚ ਪੰਜਾਬ ਅਸੀਂ ਕਹਾਂਗੇ ਵੀ ਪੂਰੇ ਟਰਾਂਸਫਾਰਮ ਹੋ ਸਕਦਾ। ਤੇ ਜਿਸ ਤਰ੍ਹਾਂ ਰਜਨੀਸ਼ ਜੀ ਨੇ ਕਿਹਾ ਅਸੀਂ ਚਾਹੁੰਦੇ ਹਾਂ ਵੀ ਆਪਾਂ ਵੇਸਟ ਮੈਨੇਜਮੈਂਟ ਤੇ ਇੱਕ ਸੈਗਮੈਂਟ ਹੋਰ ਕਰ ਲਈਏ, ਕਿਉਂਕਿ ਵੇਸਟ ਮੈਨੇਜਮੈਂਟ ਪੰਜਾਬ 'ਚ ਬਹੁਤ ਪ੍ਰੋਬਲਮ ਆ ਰਹੀ ਹੈ। ਕਿਉਂਕਿ ਜਦੋਂ ਮੈਂ ਸੀਗੀ 20 ਸਾਲ ਪਹਿਲਾਂ, ਉਦੋਂ ਕੋਈ ਪਲਾਸਟਿਕ ਦੀ ਇੰਨੀ ਯੂਜ਼ ਨਹੀਂ ਸੀਗੀ, ਤੇ ਹੁਣ ਕੀ ਹੋ ਰਿਹਾ ਵੀ ਹੁਣ ਬਹੁਤ ਪਲਾਸਟਿਕ ਆ ਗਿਆ ਤੇ ਐਂਟਰੀ ਹੈਗੀ ਆ ਪੰਜਾਬ 'ਚ ਪਲਾਸਟਿਕ ਦੀ, ਪਰ ਕੋਈ ਐਗਜ਼ਿਟ ਨਹੀਂ ਹੈਗਾ। ਤੇ ਉਹੀ ਰਜਨੀਸ਼ ਕੁਮਾਰ ਜੀ ਉਹ ਕੰਮ ਕਰ ਰਹੇ ਆ ਵੀ ਕਿਵੇਂ ਆਪਾਂ ਪੰਜਾਬ ਨੂੰ ਕਲੀਨ ਬਣਾਈਏ, ਕਿਵੇਂ ਆਪਾਂ ਹੈਲਥੀਅਰ ਬਣਾਈਏ, ਕਿਉਂਕਿ ਜੇ ਆਪਾਂ ਕੋਈ ਸਟੈਪ ਨਹੀਂ ਲਿਆ, ਜਿਹੜੀ ਪੰਜਾਬ ਦੀ ਸਿਚੁਏਸ਼ਨ ਆ ਹੈਲਥ ਵਾਈਜ਼ ਉਹ ਬਹੁਤ ਡਿਗਰੇਡ ਹੋ ਜਾਣੀ ਥੋੜੇ ਸਾਲਾਂ 'ਚ। ਤੇ ਵੈਬਸਾਈਟ ਕੀ ਹੈ ਜੀ ਆਪਣੀ ਫਾਊਂਡੇਸ਼ਨ ਦੀ? ਹਾਂਜੀ, ਤੁਸੀਂ ਰਾਉਂਡ ਗਲਾਸ ਇੱਕ ਵਰਡ ਆ, roundglassfoundation.org ORG। ਓਕੇ ਜੀ। ਤੇ ਤੁਸੀਂ ਅਲਾਉ ਕਰੋਗੇ ਮੈਂ ਆਪਣਾ ਨੰਬਰ ਵੀ ਸ਼ੇਅਰ ਕਰ ਸਕਦੀ ਹਾਂ। ਸ਼ੋਰ। ਹਾਂਜੀ, ਸੋ ਜਿਹੜੇ ਵੀ ਲਿਸਨ ਕਰਨ ਵਾਲੇ ਚਾਹੁੰਦੇ ਨੇ ਵੀ ਉਹ ਕੋਈ ਹੋਰ ਇਨਫੋਰਮੇਸ਼ਨ ਹੋਵੇ ਤੇ ਪੁੱਛਣਾ ਚਾਹੁੰਦੇ ਨੇ ਵੀ ਕਿਵੇਂ ਆਪਾਂ ਪੰਜਾਬ ਲਈ ਕੀ ਕਰ ਸਕਦੇ, ਕੀ ਪਿੰਡਾਂ ਲਈ ਕਰ ਸਕਦੇ, ਤੁਸੀਂ ਮੈਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ ਹੈਗਾ 2062472497 206 247 2497। ਰਮਨ ਕੌਰ ਗਰੇਵਾਲ ਦਾ ਇਹ ਨੰਬਰ ਹੈ ਜੀ। ਬਹੁਤ ਖੁਸ਼ੀ ਹੋਈ ਗੱਲਬਾਤ ਕਰਕੇ ਜੀ। ਪੰਜਾਬ ਦੇ ਭਲੇ ਦੇ ਲਈ ਕੰਮ ਕਰਨ ਵਾਲੇ ਲੋਕ ਓਬਵੀਅਸਲੀ ਕੋਈ ਫਾਊਂਡੇਸ਼ਨ ਬਣਾ ਕੇ ਇਸ ਨੂੰ ਆਰਗੇਨਾਈਜੇਸ਼ਨ ਬਣਾ ਕੇ ਅੱਗੇ ਤੋਰਿਆ ਜਾਂਦਾ। ਜੇ ਖਿਲ ਰਿਹਾ ਹੋਵੇ ਕੰਮ ਤਾਂ ਇਕੱਠਾ ਨਹੀਂ ਹੁੰਦਾ, ਪਰ ਇਸ ਨੂੰ ਨੈਕਸਟ ਲੈਵਲ ਤੱਕ ਲੈ ਕੇ ਜਾਣ ਦੇ ਲਈ ਇਨੀਸ਼ੀਏਟਿਵ ਤਾਂ ਲੈ ਲੈਂਦੇ ਨੇ ਐਂਟਰਪ੍ਰੈਨਿਓਰ ਜਿਹੜੇ ਨੇ, ਜਿਵੇਂ ਸਨੀ ਸਿੰਘ ਉਹਨਾਂ ਨੇ ਇਹ ਸ਼ੁਰੂਆਤ ਕੀਤੀ, ਤੇ ਗਵਰਨਮੈਂਟ ਏਡਡ ਕੁਛ ਪ੍ਰੋਜੈਕਟ ਜਿਸ ਤਰ੍ਹਾਂ ਮਨਰੇਗਾ ਦੀ ਗੱਲ ਕਰ ਰਹੇ ਨੇ, ਲੋਕਲ BDO ਦਫ਼ਤਰ ਦੀ ਗੱਲ ਕਰ ਰਹੇ ਨੇ। ਇਹ ਕੰਮ ਔਖਾ ਹੁੰਦਾ ਪਰ ਆਰਗੇਨਾਈਜੇਸ਼ਨ ਦੇ ਤੌਰ 'ਤੇ ਸੌਖਾ ਹੋ ਜਾਂਦਾ। ਅਤੇ ਨਾਲ ਜਿਹੜਾ ਡਾਇਸਪੋਰਾ ਪੰਜਾਬੀ ਹੈ, ਸਿੱਖ ਹੈ, ਉਹ ਨਾਲ ਇਸ ਦੇ ਜੁੜ ਜਾਵੇ ਤਾਂ ਇਸ ਨੂੰ ਆਪਾਂ ਵਧੀਆ ਤਰੀਕੇ ਨਾਲ ਕਰਾਂਗੇ। 2 ਵੀਕ ਨੂੰ ਇੱਕ ਮੰਗਲਵਾਰ ਛੱਡ ਕੇ ਮੇਰੇ ਖਿਆਲ ਉਦੋਂ ਅਗਲੇ ਮੰਗਲਵਾਰ ਮੈਂ ਦੇਖੂੰਗਾ, ਪਤਾ ਕਰਦਾ ਮੈਂ ਰੋਮਨ ਤੋਂ, ਜੇ ਸਕੈਜੂਲ ਸਾਰਾ ਠੀਕ ਹੋਇਆ ਦੁਬਾਰਾ ਫਿਰ ਆਪਾਂ ਛੇਤੀ ਗੱਲ ਕਰਾਂਗੇ। ਰਮਨ, ਸ਼ੁਭ ਸ਼ਾਮ। ਥੈਂਕ ਯੂ ਸੋ ਮਚ ਹਰਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਰੇ ਜਿਹੜੇ ਲਿਸਨ ਕਰ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਣਾ ਜੀ। ਤਾਂ ਅਸੀਂ ਸਾਰੇ ਪ੍ਰੋਗਰਾਮ ਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹਦੇ ਬਾਰੇ ਕੁਝ ਵੀ ਜਾਣਕਾਰੀ ਕੋਈ ਐਡ ਕਰਨਾ ਹੋਵੇ ਤਾਂ ਹੁਣ ਆਪਣੇ ਕੋਲ 5-7 ਮਿੰਟ ਹੋਣਗੇ। 604-204-0600 ਤੁਹਾਡੇ ਕੋਈ ਸਵਾਲ, ਕੋਈ ਗੱਲਬਾਤ ਅੱਜ ਦੇ ਸ਼ੋਅ ਬਾਰੇ ਕਰਨੀ ਹੋਵੇ। ਗੋਇਲ ਸਾਹਿਬ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਮਸਕਾਰ ਜੀ ਗਿਲ ਸਾਹਿਬ। ਨਮਸਕਾਰ ਜੀ। ਨਮਸਕਾਰ। ਹਾਂਜੀ, ਦੇਖੋ ਜੀ, ਮੇਰਾ ਤਾਂ ਦੇਖੋ ਜਿਹੜਾ ਇਹਨਾਂ ਨੇ ਵਧੀਆ ਉਪਰਾਲਾ ਕਰ ਰਹੇ ਆ, ਬਹੁਤ ਵਧੀਆ ਕਰ ਰਹੇ ਆ, ਲੇਕਿਨ ਤੁਹਾਨੂੰ ਯਾਦ ਹੋਊਗਾ ਇੱਕ ਪਿੰਡ ਦੇ ਵਿੱਚ ਸਾਰੀਆਂ ਗਲੀਆਂ ਤੇ ਸਾਰੀਆਂ ਨਾਲੀਆਂ ਤੇ ਸਾਰਾ ਲਾਈਟ ਸਿਸਟਮ ਪਿੰਡ ਵਾਲਿਆਂ ਨੇ ਖੁਦ ਕੀਤਾ, ਔਰ ਮੇਰੇ ਖਿਆਲ 'ਚ ਹੋ ਸਕਦਾ ਪਤਾ ਨਹੀਂ ਗਵਰਨਮੈਂਟ ਨੇ ਕੁਝ ਦਿੱਤਾ ਜਾਂ ਨਹੀਂ ਦਿੱਤਾ। ਅਗਰ ਤੁਸੀਂ ਜਿਹੜਾ ਸਾਰਾ ਜੱਫਾ ਪਾਉਣ ਨਾਲ ਨਾ ਥਾਂ ਤੇ 1200 ਪਿੰਡ ਇਕੱਠੇ, ਜੇ ਇੱਕ ਪਿੰਡ ਨੂੰ ਅਡਾਪਟ ਕਰੋ, ਉਸ ਨੂੰ ਉਹਦੀਆਂ ਗਲੀਆਂ, ਉਹਦੀਆਂ ਨਾਲੀਆਂ, ਸਾਰਾ ਕੁਝ ਸਿਸਟਮੈਟਿਕਲੀ ਲੋਕ ਵੀ ਹੈਲਪ ਕਰਨਗੇ ਤਾਂ ਆਟੋਮੈਟਿਕਲੀ 1 by 1 ਜਾਓਗੇ ਤਾਂ ਤੁਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਬਹੁਤ ਅੱਗੇ ਤੱਕ ਲਿਜਾ ਸਕਦੇ ਹੋ। ਜੇ ਤੁਸੀਂ ਸਾਰਾ ਇਕੱਠਾ ਜੱਫਾ ਪਾਓਗੇ
ਤਾਂ ਫਿਰ ਇਹ ਕੰਮ ਜਿਹੜਾ ਪ੍ਰੋਜੈਕਟ ਹੈ ਜੀ ਬਹੁਤ ਸਕਸੈਸਫੁਲ ਨਹੀਂ ਹੋਣਾ ਜਿੰਨਾ ਆਪਾਂ ਚਾਹੁੰਦੇ ਆ। ਆਪਾਂ ਕਹਿੰਦੇ ਵੀ ਹਰ ਪਿੰਡ ਹਰ ਗਲੀ ਪੱਕੀ ਹੋਵੇ ਔਰ ਹਰ ਲੋਕ ਜਿਹੜੇ ਹੈਗੇ ਆਪਦੇ ਬਹੁਤ ਸਾਫ਼ ਸੁਥਰੇ ਤੇ ਇਮਾਨਦਾਰੀ ਦੇ ਨਾਲ ਆਪਦਾ ਜੀਵਨ ਬਸਰ ਕਰਨ। ਬਸ ਇਹੀ ਹੈ ਮੇਰੀ ਸਟ੍ਰੈਟਜੀ। ਧੰਨਵਾਦ ਜੀ। ਥੈਂਕ ਯੂ। ਧੰਨਵਾਦ। ਬੇਸਿਕਲੀ ਉਹ ਕਹਿ ਤਾਂ ਇਹੀ ਰਹੇ ਨੇ ਜੀ ਵੀ ਆਪਣਾ ਪਿੰਡ ਅਡਾਪਟ ਕਰੋ, ਆਪਣਾ ਪਿੰਡ। ਉਹਨਾਂ ਨੇ ਨਹੀਂ ਸਾਰੇ ਜਾਣਾ, ਇਨੀਸ਼ੀਏਟਿਵ ਆਪ ਲੈਣਾ। ਹਲੇ ਆਪਾਂ ਇਸ ਦੇ ਬਾਰੇ ਹੋਰ ਜਾਣਕਾਰੀ ਲਵਾਂਗੇ ਅਗਲੇ 2 ਹਫ਼ਤਿਆਂ ਬਾਅਦ। ਜਿਹੜੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਇਹ ਬਣਦੀਆਂ ਨੇ, ਪਰ ਉਹਨਾਂ ਦੇ ਕੰਮ, ਉਹਨਾਂ ਦਾ ਢੰਗ, ਜਿਸ ਤਰ੍ਹਾਂ ਉਹਨਾਂ ਨੇ 900 ਪਿੰਡਾਂ ਦੇ ਵਿੱਚ ਕਿਹਾ ਵੀ ਅਸੀਂ ਇਨੀਸ਼ੀਏਟਿਵ ਲਿਆ ਹੋਇਆ, ਉਹ ਪਿੰਡਾਂ ਦੀ ਜਾਣਕਾਰੀ ਜਾਂ ਕੋਈ ਮੇਰੇ ਤੱਕ ਪਹੁੰਚਦੀ ਕਰੋ ਜਿਨ੍ਹਾਂ ਦੇ ਕੋਈ ਜਾਣਦੇ ਹੋਵੋ ਤੁਸੀਂ ਵੀ ਰਾਉਂਡ ਗਲਾਸ ਫਾਊਂਡੇਸ਼ਨ ਨੇ ਇਹਦੇ 'ਤੇ ਕੰਮ ਕੀਤਾ। ਅਤੇ ਹੁਣ ਉਹਨਾਂ ਨੇ ਦੱਸਿਆ ਲੰਗ ਪਿੰਡ ਆ ਪਟਿਆਲੇ ਦੇ ਨਾਲ, ਬਦੌਸ਼ੀ ਦਾ ਦੱਸਿਆ ਉਹਨਾਂ ਨੇ, ਬਡਰੁੱਖਾਂ ਦਾ ਦੱਸਿਆ। ਇਹਨਾਂ ਦੇ ਆਲੇ ਦੁਆਲੇ ਪਿੰਡ ਹੋਣਗੇ, ਫਤਿਹਗੜ੍ਹ ਸਾਹਿਬ ਦਾ ਬਦੌਸ਼ੀ ਪਿੰਡ ਹੈ, ਉੱਥੇ ਦੇ ਨੇੜੇ ਦੇ ਕੋਈ ਸੁਣਦਾ ਹੋਵੇ ਉਹਨੂੰ ਮੈਂ ਬੇਨਤੀ ਕਰਾਂ ਵੀ ਉਸ ਪਿੰਡ ਦੀ ਵਿਜ਼ਿਟ ਕਰ ਲਓ, ਕਿਸੇ ਨੂੰ ਕਹਿ ਦਿਓ ਵੀ ਦੇਖ ਕੇ ਆਉਣ ਵੀ ਕੀ ਕੰਮ ਹੋਇਆ। ਲੰਗ ਪਿੰਡ ਦੀ ਗੱਲ ਹੈ, ਪਟਿਆਲੇ ਦੇ ਨੇੜੇ ਦੇ ਬਹੁਤ ਪਰਿਵਾਰ ਨੇ, ਅਤੇ ਬਡਰੁੱਖਾਂ ਦੇ ਸੰਗਰੂਰ ਦੇ ਨੇੜੇ ਦੇ ਬਹੁਤ ਪਰਿਵਾਰ ਨੇ ਜਿਹੜੇ ਨੇ। ਉਹ ਉੱਥੇ ਪਤਾ ਕਰੋ ਜਾ ਕੇ ਵੀ ਵੇਸਟ ਮੈਨੇਜਮੈਂਟ ਲਈ, ਕੂੜੇ ਲਈ ਕਿਹੜੀ ਕੰਪੋਜ਼ ਪਿਟ ਕਿਹੜੀ ਲਾਈ ਹੈ, ਝੜੀ ਕਿਹੜੀ ਲਾਈ ਹੈ, ਅਤੇ ਦਰਖਤ ਕਿਹੜੇ ਲਾਏ ਨੇ। ਵੱਡਾ ਪ੍ਰੋਜੈਕਟ ਹੈ ਬਹੁਤ, 12,000 ਪਿੰਡਾਂ ਤੱਕ ਪਹੁੰਚ ਹੋ ਜੂ। ਆਰਗੇਨਾਈਜੇਸ਼ਨ 3 ਸਾਲ ਪੁਰਾਣੀਆਂ ਸ਼ੁਰੂਆਤ ਦੇ ਵਿੱਚ ਲੱਗਦਾ ਹੁੰਦਾ ਬਈ ਇਹ ਔਖਾ ਕੰਮ ਹੈ, ਪਰ ਹੋ ਸਕਦਾ। ਇਹ ਨਹੀਂ ਗੱਲ ਵੀ ਨਹੀਂ ਹੋਣਾ, ਹੋ ਸਕਦਾ। ਪੰਜਾਬ ਦੇ ਵਿੱਚ ਇੱਕ ਕੰਮ ਤਾਂ ਬਹੁਤ ਜ਼ਰੂਰੀ ਹੈ ਕਿ ਦਰਖਤ ਉੱਥੇ ਬਹੁਤ ਛੇਤੀ ਲੱਗਣੇ ਜ਼ਰੂਰੀ ਨੇ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਬਹੁਤ ਕੰਮ ਕੀਤਾ ਇਹਦੇ ਵਿੱਚ, ਉਹਨਾਂ ਨੇ ਤਾਂ ਮਤਲਬ ਸਿਰੇ ਲਾਤੀ ਕਹਾਣੀ। ਅਤੇ ਇੱਕ ਹੋਰ ਨਵਾਂ ਨਹੀਂ ਪੁਰਾਣਾ ਜਿਹੜਾ ਭਾਈ ਮਨਧੀਰ ਸਿੰਘ ਹੋਣੀ ਸਿੱਖ ਸਿਆਸਤ ਵਾਲੇ ਅਤੇ ਭਾਈ ਗਾਜੀ ਹੋਣੀ, ਉਹ ਰਲ ਕੇ ਉਹ ਵੀ ਲੱਗੇ ਨੇ, ਉਹ ਪਾਣੀ ਦੇ ਬਾਰੇ ਲੱਗੇ ਹੋਏ ਨੇ। ਮੈਂ ਫੇਸਬੁੱਕ 'ਤੇ ਉਹਨਾਂ ਦੀਆਂ ਪੋਸਟਾਂ ਸਾਂਝੀਆਂ ਕਰਦਾ ਹੁੰਦਾ ਵੀ ਪਾਣੀ ਮੁੱਕ ਰਿਹਾ। ਲਾਈਨ ਨੰਬਰ 1 ਤੁਸੀਂ ਏਅਰ 'ਤੇ ਹੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਆਪਣਾ ਮੈਂ ਅਰਜਨ ਬੋਲਦਾ ਜੀ। ਤੇ ਭਾਜੀ ਇੱਕ ਹੋਰ ਬਹੁਤ ਜ਼ਰੂਰੀ ਹੈ ਜਿਹੜਾ ਪੰਜਾਬ ਦੇ ਵਿੱਚ ਚਲੋ ਹਰਿਆਵਲ ਪੰਜਾਬ ਵਾਲੇ ਹੋਰ ਕਾਫੀ ਸੰਸਥਾਵਾਂ ਬਣ ਗਈਆਂ ਜਿਹੜੀਆਂ ਆਪਣਾ ਰੁੱਖ ਲਾ ਰਹੀਆਂ ਆ, ਪਰ ਇੱਕ ਹੋਰ ਬਹੁਤ ਜ਼ਰੂਰੀ ਹੈ ਜੀ। ਇੱਕ ਜਲੰਧਰ 'ਚ ਮੈਨੂੰ ਜਾਣਦੇ ਹੀ ਬੰਦੇ, ਉਹਨਾਂ ਨੇ ਸ਼ੁਰੂ ਕੀਤਾ ਕੰਮ ਜਿੱਦਾਂ ਪਾਣੀ ਆਲੇ ਦੁਆਲੇ ਇਕੱਠਾ ਕਰਕੇ ਨਾ ਜੀ, ਜਿੱਦਾਂ ਛੱਤਾਂ ਤੋਂ ਪਾਣੀ ਇਕੱਠਾ ਕਰਕੇ ਉਹ ਥੱਲੇ ਬੋਰ ਕਰ ਦਿੰਦੇ ਆ 100-150 ਫੁੱਟ ਦਾ, ਤੇ ਉੱਥੇ ਉਹ ਪੂਰਾ ਫਿਲਟਰ ਜਿਹਾ ਲਾ ਕੇ ਉਹਦੇ ਉੱਤੇ ਫਿਲਟਰ ਬਣਾ ਕੇ ਤੇ ਉਹ ਜਿਹਦਾ ਪਾਣੀ ਧਰਤੀ 'ਚ ਜਾਂਦਾ ਜੀ, ਜਿਹੜਾ ਪਾਣੀ ਆਪਣਾ ਵੇਸਟ ਹੋ ਜਾਂਦਾ ਨਾ, ਬਿਕੋਜ਼ ਹੁਣ ਸਾਰਾ ਤਾਂ ਉਹ ਬਣ ਗਿਆ, ਹੁਣ ਉਹਦਾ ਕੰਕਰੀਟ ਹੋ ਗਿਆ ਸਾਰਾ, ਤੇ ਪਾਣੀ ਉਹ ਸਾਰਾ ਹਾਂਜੀ ਜਾਂਦਾ ਨਹੀਂ। ਤੇ ਉਹ ਉਹਨਾਂ ਨੇ ਬਹੁਤ ਵਧੀਆ ਸ਼ੁਰੂ ਕੀਤਾ ਕੰਮ। ਉਹ 50,000 ਰੁਪਈਆ ਲੱਗਦਾ ਜੀ, ਮੈਂ ਇੱਕ ਲਵਾ ਕੇ ਆਇਆ ਜੀ ਉੱਥੇ, ਤੇ 50,000 ਰੁਪਈਆ ਤੁਹਾਡੇ ਆਪਣੇ ਪਿੰਡ 'ਚ ਕੋਈ ਵੀ ਪਿੰਡ ਜਿੱਥੇ ਵੀ ਹੈਗਾ ਤੁਸੀਂ ਉਹ ਕਰ ਸਕਦੇ ਆ, ਜਿੱਥੇ ਜਿਹੜੇ ਵੀ ਪਿੰਡ ਦੇ ਵਿੱਚ ਨਾ, ਤੇ ਉਹ ਜਾਂਦੇ ਉੱਥੇ ਜਾ ਕੇ ਉਹ ਲਾ ਦਿੰਦੇ ਆ। ਪਰ ਆਪਣੇ ਬੰਦੇ ਥੋੜੇ ਇੱਥੇ ਇਹਨਾਂ ਕੰਮਾਂ ਨੂੰ, ਮੈਂ 2-4 ਇੱਥੇ ਬਹੁਤ ਬੰਦਿਆਂ ਨੂੰ ਦੱਸਿਆ ਜੀ ਏਦਾਂ ਕਰਕੇ ਬੰਦੇ ਨਾਲ ਗੱਲ ਕਰ ਲਓ ਤੁਸੀਂ, ਪਰ ਕਿਸੇ ਨੇ ਮੈਨੂੰ ਮਤਲਬ ਕਿ ਕੌਣ ਨੇ ਜੀ ਜਿਹੜੇ ਲਾਉਂਦੇ ਨੇ? ਉਹ ਜਲੰਧਰ ਦੇ ਵਿੱਚ ਹੈ ਜੀ, ਤੁਹਾਨੂੰ ਨੰਬਰ ਦੇ ਸਕਦਾ ਮੈਂ ਉਹਨਾਂ ਦਾ। ਸ਼ੋਰ ਕੋਈ ਨਾ। ਉਹ ਜ਼ਮੀਨਦੋਜ਼ ਪਾਣੀਆਂ ਦੀ ਗੱਲ ਬਹੁਤ ਚੱਲ ਰਹੀ ਹੈ, ਟੈਂਕੀਆਂ ਲੋਕ ਘਰਾਂ 'ਚ ਬਣਾ ਰਹੇ ਨੇ, ਪਾਣੀ ਜੀ ਥੱਲੇ ਜ਼ਮੀਨਦੋਜ਼ ਕਰ ਰਹੇ ਨੇ, ਉਹਦੇ 'ਤੇ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਕੰਮ ਕਰਾਂਗੇ। ਬਿਲਕੁਲ ਠੀਕ ਆ, ਮੈਨੂੰ ਨੰਬਰ ਭੇਜਿਓ ਜੀ ਉਹਨਾਂ ਦਾ। ਠੀਕ ਆ ਜੀ, ਮੈਂ ਤੁਹਾਨੂੰ ਡੈਸਕ 'ਤੇ ਦੇ ਦਿੰਦਾ ਜੀ ਉਹਨਾਂ ਦਾ ਨੰਬਰ। ਓਕੇ ਜੀ, ਥੈਂਕ ਯੂ। ਓਕੇ, ਥੈਂਕ ਯੂ। ਇਸੇ ਤਰ੍ਹਾਂ ਹੀ ਰਲ ਕੇ ਸਾਰਿਆਂ ਨੇ ਕਰਨਾ ਆਪਾਂ, ਉਸ ਲਈ ਜ਼ਰੂਰੀ ਹੈ। ਸਾਹਿਬ ਬਹਾਦਰ ਸਿੰਘ ਜੀ, ਲਾਈਨ ਨੰਬਰ 3। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਦਰਖਤਾਂ ਬਾਰੇ ਦੱਸਦੇ ਆ, ਪਿੰਡ ਦੇ ਬਾਰੇ ਦੱਸਦੇ ਆ, ਗਲੀਆਂ ਪੱਕੀਆਂ, ਉਹ ਭਾਈ ਛੱਤ ਵਾਲਾ ਦੱਸਦੇ, ਪਾਣੀ ਛੱਤਾਂ ਦਾ ਜੀ। ਇਸ ਤਰ੍ਹਾਂ ਮੈਂ ਵੀ ਬਣਾਇਆ, ਸਾਡੀ ਕੋਈ ਸਾਰੀ ਸਟੋਰਾਂ ਵਗੈਰਾ ਘਰਾਂ ਦੀ ਛੱਤ ਕੋਈ 10,000 ਫੁੱਟ ਬਣ ਜਾਂਦੀ, ਅਸੀਂ ਉਹ ਸਾਰਾ ਪਾਣੀ ਅੰਡਰਗਰਾਉਂਡ ਕੀਤਾ, ਡਿੱਗੀ ਬਣਾ ਕੇ। ਵੈਰੀ ਗੁੱਡ। ਗੰਗਾਨਗਰ ਜ਼ਿਲ੍ਹੇ ਦੀ ਗੱਲ ਆ ਜੀ। ਉਹ ਪਾਣੀ ਬਹੁਤ ਸਾਲ ਭਰ ਪਾਣੀ ਨਹੀਂ ਮੁੱਕਦਾ ਜੇ ਦੇਖੀਏ ਤਾਂ ਪੀਣ ਨੂੰ, ਤੇ ਨਾਲੇ ਸਵੱਛ ਪਾਣੀ ਪੀਦਾ। ਉਹ ਬਣਾ ਲੈਣਾ ਚਾਹੀਦਾ, ਕੋਈ ਮਹਿੰਗਾ ਨਹੀਂ ਲੱਗਦਾ, ਕੋਈ ਬਹੁਤੇ ਪੈਸੇ ਨਹੀਂ ਲੱਗਦੇ। ਤੇ ਬਾਕੀ ਦੂਸਰੀ ਗੱਲ ਇਹ ਆ ਵੀ ਜਿਹੜਾ ਦਰਖਤਾਂ ਦੀ ਗੱਲ ਕਰਦੇ ਆ ਜੀ, ਸਾਡੇ ਉੱਥੇ ਪਿੰਡ ਦੀ ਜ਼ਮੀਨ 960 ਏਕੜ ਵਾ,
ਮੈਂ ਕਿਹਾ ਸੀ ਜਦ ਨਰਸਰੀਆਂ ਖੋਲੀਆਂ ਸੀ ਸਰਕਾਰ ਨੇ, ਦਰਖਤ ਫ੍ਰੀ ਲਾਓ, ਬੂਟੇ ਤਰ੍ਹਾਂ ਦੇ ਫੁੱਲਾਂ ਦੇ, ਉਦੋਂ ਮੈਂ ਆਪਣੇ ਪਿੰਡ ਦੇ ਵਿੱਚ ਮੈਂ ਸ਼ੁਰੂ ਕੀਤਾ ਸੀ ਤੇ ਕੋਈ ਘੱਟੋ ਘੱਟ ਪਿੰਡ ਦੀ 1000 ਏਕੜ ਦੇ ਨੇੜੇ 960 ਏਕੜ ਜ਼ਮੀਨ, ਮੈਂ ਕਿਹਾ 1 ਕਿੱਲੇ ਮਗਰ 1 ਦਰਖਤ ਲਾ ਲਓ ਤਾਂ ਪਿੰਡ ਦੇ ਵਿੱਚ 1000 ਦਰਖਤ ਦੇ ਨੇੜੇ ਚਲੇ ਜਾਣਾ। ਤੇ ਪਿੰਡਾਂ ਵਾਲਿਆਂ ਨੇ 2-2 ਲਾ ਲਿਆ, ਮੈਂ ਕਾਫੀ 2000 ਦਰਖਤ ਆਪੇ ਹੀ ਲਾਤਾ ਸੀ, ਕੋਈ 400 ਏਕੜ ਜ਼ਮੀਨ ਦੇ ਵਿੱਚ, ਤੇ ਕੁਛ ਮੇਰੇ ਭਾਈ ਦੀ ਕੋਈ ਸਾਰੀ ਇੰਨੀ ਬਣਦੀ ਸੀ। ਤੇ ਇਸ ਕਰਕੇ ਬਹੁਤ ਪਿੰਡ ਸਾਰਾ ਇੰਨਾ ਹਰਿਆਵਲਾ ਆ ਗਿਆ ਸੀ। ਲੋਕ ਕਹਿੰਦੇ ਸੀ ਗੰਗਾਨਗਰ ਜਿਹੜੇ ਕਹਿੰਦੇ ਇੱਥੇ ਤਾਂ ਲੁਧਿਆਣੇ ਦਾ ਏਰੀਆ ਬਣਾਤਾ ਤੁਸੀਂ, ਪੰਜਾਬ ਇੰਨਾ ਸੋਹਣਾ ਡੈਕੋਰੇਸ਼ਨ ਜਿਹਾ ਬਣ ਗਈ ਸਾਰੇ ਪਿੰਡ ਦੀ। ਹੋਰ ਇਸ ਕਰਕੇ ਕੋਈ ਔਖਾ ਨਹੀਂ, ਜ਼ਿਮੀਂਦਾਰ ਨੂੰ ਕੁਛ ਹੱਥੀਂ ਉਦਮ ਕਰਦੇ ਨਹੀਂਗੇ, ਇਹ ਕੋਈ ਔਖਾ ਕੰਮ ਨਹੀਂ ਕਰਨਾ ਗਾ। ਨਾਲੇ ਸਾਡੇ ਤਾਂ ਉਧਰ ਨੇੜੀਆਂ ਚੱਲਦੀਆਂ ਸੀ, ਉਹ ਵੀ ਘਟ ਜਾਂਦੀਆਂ ਪਿੰਡ ਦੇ ਆਲੇ ਦੁਆਲੇ। ਸਰਦਾਰ ਸਾਹਿਬ ਪਿੰਡ ਕਿਹੜਾ ਫਿਰ ਆਪਣਾ ਗੰਗਾਨਗਰ ਦੇ ਨੇੜੇ? ਪਿੰਡ ਸਾਡਾ ਪਦਮਪੁਰ ਕੋ 5NN ਵਾ। ਹਾਂ ਬਿਲਕੁਲ, ਸਰਦਾਰ ਅਵਤਾਰ ਸਿੰਘ ਜੌਲ ਉਹਨਾਂ ਦਾ ਵੀ ਉੱਥੇ ਨੇੜੇ ਹੀ ਆ, ਪਦਮਪੁਰ ਦੇ ਨੇੜੇ। ਹਾਂਜੀ ਹਾਂਜੀ, ਤਾਂ ਇਸ ਕਰਕੇ ਆ ਤੇ ਉੱਥੇ ਉਹ ਫਿਰ ਜਦ ਮੈਂ ਲਾਇਆ ਤੇ ਕਈ ਪਿੰਡਾਂ ਦੇ ਵਿੱਚ ਦਰਖਤ ਲੱਗਣੇ ਸ਼ੁਰੂ ਹੋ ਗਏ, ਤਾਂ ਫਿਰ ਫੁੱਲ ਬੂਟੇ ਵੈਸੇ ਤਰ੍ਹਾਂ ਦੇ ਫੁੱਲ ਬੁੱਢਾ ਜੋੜ ਗੁਰਦੁਆਰੇ 'ਚ ਲਿਜਾਂਦੇ ਰਹਿੰਦੇ ਹੁੰਦੇ ਆਸੇ ਪਾਸਿਓਂ, ਤੇ ਮੈਂ ਉੱਥੋਂ ਫੁੱਲ ਲਿਆ ਕੇ ਸਾਰਾ ਪਿੰਡ ਫੁੱਲਾਂ ਨਾਲ ਹੀ ਭਰ ਦਿੱਤਾ, ਸਾਰੀਆਂ ਸੜਕਾਂ 'ਚ ਫੁੱਲ। ਉੱਥੇ ਦੀ ਧਰਤੀ ਨਰਮ ਆ, ਉੱਥੇ ਛੇਤੀ ਚੀਜ਼ ਸੁੱਕਦੀ ਨਹੀਂ, ਪਾਣੀ ਵੀ ਨਹੀਂ ਮੰਗਦੀ ਛੇਤੀ ਕਿਤੇ। ਵੱਡੇ ਪਰਿਵਾਰ ਨੇ ਜੀ ਉੱਥੋਂ, ਮੇਰਾ ਖਿਆਲ ਰਾਹੁਲ ਗਲਾਸ ਵਾਲੇ ਵੀ ਉਹੀ ਏਰੀਏ ਦੇ ਨੇ, ਉਸ ਏਰੀਏ ਦੇ। ਰਾਹੁਲ ਗਲਾਸ ਵਾਲੇ ਦਾ ਰਿਸ਼ਤੇਦਾਰ ਮੇਰਾ ਜੀ। ਅੱਛਾ ਜੀ, ਹਾਂਜੀ ਧੰਨਵਾਦ ਜੀ, ਧੰਨਵਾਦ। ਧੰਨਵਾਦ ਸਰ ਦੇ ਘਰ ਜਿਹੜੀ ਉਹਦੀ ਮੰਮੀ ਉਹ ਮੇਰੀ ਭੂਆ ਲੱਗਦੀ ਆ ਜੀ। ਧੰਨਵਾਦ ਜੀ ਸਰ ਜੀ, ਧੰਨਵਾਦ ਬਹੁਤ ਬਹੁਤ, ਜਿਉਂਦੇ ਵਸਦੇ ਰਹੋ। ਕੱਲ ਨੂੰ ਮੁੜਦੇ ਆ ਜੀ ਸਵੇਰੇ 9:15 ਵਜੇ।